ਸਰਕਾਰੀ ਰਜਿੰਦਰਾ ਕਾਲਜ ਬਠਿੰਡਾ ਦੇ BA ਭਾਗ ਪਹਿਲਾ ਪੰਜਾਬੀ ਸਾਹਿਤ ਦੇ ਵਿਦਿਆਰਥੀਓ, ਤੁਹਾਡੇ ਸਿਲੇਬਸ ਦੇ ਵਿੱਚ ਸ਼ਾਮਲ ਕੀਤੀ ਗਈ ਪਾਠ ਪੁਸਤਕ ਆਧੁਨਿਕ ਪੰਜਾਬੀ ਕਵਿਤਾ 1901 ਤੋਂ 2000 ਈਸਵੀ ਤੱਕ, ਜਿਸ ਦੇ ਮੁੱਖ ਸੰਪਾਦਕ ਪ੍ਰੋਫੈਸਰ ਜਸਵਿੰਦਰ ਸਿੰਘ ਸੈਣੀ ਅਤੇ ਪ੍ਰੋਫੈਸਰ ਜੋਗਰਾਜ ਸਿੰਘ ਹਨ, ਵਿੱਚ ਸ਼ਾਮਲ ਕੀਤੇ ਗਏ ਕਵੀ ਜਸਵਿੰਦਰ ਬਾਰੇ ਅੱਜ ਆਪਾਂ ਗੱਲ ਕਰਦੇ ਹਾਂ। ਜਸਵਿੰਦਰ ਦੇ ਜੀਵਨ ਵੇਰਵੇ ਦੀ ਗੱਲ ਕਰਾਂਗੇ ਆਪਾਂ, ਔਰ ਜਸਵਿੰਦਰ ਦੀਆਂ ਜਿਹੜੀਆਂ ਕਵਿਤਾਵਾਂ ਤੁਹਾਡੇ ਇਸ ਪਾਠ ਪੁਸਤਕ ਦੇ ਵਿੱਚ ਸ਼ਾਮਲ ਕੀਤੀਆਂ ਗਈਆਂ ਉਹਦੀ ਆਪਾਂ ਗੱਲ ਕਰਾਂਗੇ। ਵਿਦਿਆਰਥੀਓ, ਤੁਹਾਡੇ ਕੁੱਲ 29 ਕਵੀ ਇਸ ਪਾਠ ਪੁਸਤਕ ਦੇ ਵਿੱਚ ਸ਼ਾਮਲ ਕੀਤੇ ਗਏ ਹਨ, ਜਿਨ੍ਹਾਂ ਦੇ ਵਿੱਚੋਂ ਹੁਣ ਤੱਕ ਆਪਾਂ 26 ਦੀ ਗੱਲ ਕਰ ਲਈ ਹੈ। 27ਵਾਂ ਡਾਕਟਰ ਜਸਵਿੰਦਰ ਬਾਰੇ ਆਪਾਂ ਅੱਜ ਗੱਲ ਕਰ ਰਹੇ ਹਾਂ। ਜਸਵਿੰਦਰ ਦਾ ਜਨਮ 1956 ਈਸਵੀ ਨੂੰ ਪਿੰਡ ਕਲਾਲਵਾਲਾ, ਜ਼ਿਲ੍ਹਾ ਬਠਿੰਡਾ ਵਿਖੇ ਪਿਤਾ ਸਰਦਾਰ ਭਗਵੰਤ ਸਿੰਘ ਅਤੇ ਮਾਤਾ ਸ਼੍ਰੀਮਤੀ ਗੁਰਦੇਵ ਕੌਰ ਦੇ ਘਰ ਵਿਖੇ ਹੋਇਆ। ਇਹ ਬਠਿੰਡਾ ਜ਼ਿਲ੍ਹੇ ਦੇ ਵਿੱਚ ਪਿੰਡ ਹੈ ਔਰ ਇਸ ਪਿੰਡ ਦੇ ਵਿੱਚ ਜਸਵਿੰਦਰ ਦਾ ਜਨਮ ਹੋਇਆ। ਉਹ ਕਿੱਤੇ ਵਜੋਂ ਇੰਜੀਨੀਅਰ ਹੈ ਅਤੇ ਰੋਪੜ ਥਰਮਲ ਪਲਾਂਟ ਦੇ ਵਿੱਚ ਲਗਭਗ 3 ਦਹਾਕਿਆਂ ਦੀ ਸਰਵਿਸ ਕਰਨ ਤੋਂ ਬਾਅਦ, 3 ਦਹਾਕਿਆਂ ਦੀ ਨੌਕਰੀ ਕਰਨ ਤੋਂ ਬਾਅਦ ਰਿਟਾਇਰ ਹੋ ਚੁੱਕਿਆ ਹੈ, ਸੇਵਾ ਮੁਕਤ ਹੋ ਚੁੱਕਿਆ ਹੈ। ਸਮਕਾਲੀ ਪੰਜਾਬੀ ਕਵਿਤਾ ਵਿੱਚ ਜਸਵਿੰਦਰ ਇੱਕ ਗਜ਼ਲਕਾਰ ਵਜੋਂ ਸਥਾਪਿਤ ਨਾਂ ਹੈ। ਉਸਨੇ ਸ਼ੁਰੂ ਵਿੱਚ ਕੁਝ ਨਜ਼ਮਾਂ ਵੀ ਲਿਖੀਆਂ ਅਤੇ ਗਜ਼ਲਾਂ ਵੀ, ਪਰ ਹੁਣ ਉਹ ਸਿਰਫ ਗਜ਼ਲ ਸਿਰਜਣਾ ਹੀ ਕਰ ਰਿਹਾ ਹੈ। ਉਸਦੇ ਗਜ਼ਲ ਸੰਗ੍ਰਹਿ ਅਗਰਬੱਤੀ ਨੂੰ 2014 ਈਸਵੀ ਵਿੱਚ ਭਾਰਤੀ ਸਾਹਿਤ ਅਕਾਦਮੀ ਵੱਲੋਂ ਅਵਾਰਡ ਮਿਲ ਚੁੱਕਿਆ ਹੈ, ਇਨਾਮ ਮਿਲ ਚੁੱਕਿਆ ਹੈ। ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਵਿਦਿਆਰਥੀਓ, ਜਿਹੜਾ ਭਾਰਤੀ ਸਾਹਿਤ ਅਕਾਦਮੀ ਦਾ ਨਾਮ ਹੈਗਾ ਨਾ, ਉਹ ਭਾਰਤ ਦੀਆਂ ਜਿੰਨੀਆਂ ਵੀ ਭਾਸ਼ਾਵਾਂ ਹੈਗੀਆਂ ਉਹਨਾਂ ਦੀ ਜਿਹੜੀ ਵੀ ਕੋਈ ਸਰਬੋਤਮ ਪੁਸਤਕ ਹੁੰਦੀ ਹੈ 1 ਸਾਲ ਦੀ, ਉਸ ਦੇ ਉੱਪਰ ਉਹਨੂੰ ਅਵਾਰਡ ਦਿੱਤਾ ਜਾਂਦਾ, ਇਨਾਮ ਦਿੱਤਾ ਜਾਂਦਾ। ਤੇ 2014 ਦੀ ਜਿਹੜੀ ਸਰਬੋਤਮ ਪਾਠ ਪੁਸਤਕ ਜਾਂ ਕਿਤਾਬ ਸੀਗੀ, ਉਹ ਕਿਤਾਬ ਸੀਗੀ ਇਹਦੀ ਗਜ਼ਲ ਸੰਗ੍ਰਹਿ ਅਗਰਬੱਤੀ, ਉਸ ਦੇ ਉੱਪਰ 2014 ਦੇ ਵਿੱਚ ਨਾਮ ਮਿਲ ਚੁੱਕਾ ਹੈ। ਇਹ ਛੋਟਾ ਕੁਐਸਚਨ ਵੀ ਕਈ ਵਾਰੀ ਆ ਜਾਂਦਾ ਕਿ ਜਸਵਿੰਦਰ ਦੇ ਕਿਸ ਕਾਵਿ ਸੰਗ੍ਰਹਿ ਦੇ ਉੱਪਰ ਉਹਨੂੰ ਅਵਾਰਡ ਮਿਲਿਆ ਸੀ, ਤੇ ਤੁਸੀਂ ਇਸ ਪਾਠ ਗਜ਼ਲ ਸੰਗ੍ਰਹਿ ਦਾ ਨਾਂ ਲਿਖੋਗੇ। ਇਸ ਤੋਂ ਇਲਾਵਾ ਵਿਦਿਆਰਥੀਓ, ਉਹਦੀ ਜਿਹੜੀਆਂ ਗਜ਼ਲ ਸੰਗ੍ਰਹਿ ਹੈਗੇ ਆ, ਉਹ ਹੈਗੇ ਆ ਦਮੇਲ ਤੋਂ ਪਾਰ 1985 ਈਸਵੀ ਦੇ ਵਿੱਚ, ਕਾਲੇ ਹਰਫ ਦੀ ਲੋ 1996, ਕੱਕੀ ਰੇਤ ਦੇ ਵਰਕੇ 2002, ਅਗਰਬੱਤੀ 2011। ਇਹ ਉਹਦੇ ਸਾਰੇ ਕਾਵਿ ਸੰਗ੍ਰਹਿ ਹੈਗੇ ਜਿਹੜੇ ਉਹਨਾਂ ਨੇ ਲਿਖੇ ਸੀਗੇ 1985 ਤੋਂ ਲੈ ਕੇ 2011 ਈਸਵੀ ਤੱਕ, ਜਿੰਨੀ ਉਹਨਾਂ ਨੇ ਕਾਵਿ ਰਚਨਾ ਕੀਤੀ ਸੀ ਉਹਦੀ ਜ਼ਿਕਰ ਆਪਾਂ ਕੀਤਾ ਹੈ। ਜਸਵਿੰਦਰ ਦੀ ਗਜ਼ਲ ਮਨੁੱਖੀ ਮਨ ਵਿੱਚ ਵਸੇ ਵਿਸਾਦ, ਵਿਸੰਗਤੀਆਂ, ਦੁਸ਼ਵਾਰੀਆਂ, ਮਜਬੂਰੀਆਂ ਆਦਿ ਦਾ ਪ੍ਰਗਟਾ ਕਰਦੀ ਹੈ। ਮਨੁੱਖੀ ਵਿਸ਼ਾਦ, ਵਿਸੰਗਤੀਆਂ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਮਨੁੱਖ ਦੇ ਅੰਦਰ ਚੱਲ ਰਹੀਆਂ। ਮਨੁੱਖ 2 ਤਰ੍ਹਾਂ ਦੀ ਜ਼ਿੰਦਗੀ ਜਿਉਂਦਾ ਹੈ, ਇੱਕ ਬਾਹਰਲੀ ਜ਼ਿੰਦਗੀ, ਇੱਕ ਅੰਦਰੂਨੀ ਜ਼ਿੰਦਗੀ। ਜਿਹੜੇ ਆਪਣੇ ਮਨ ਦੇ ਵਿੱਚ ਉਹਦੇ ਭਾਵ ਉਪਜਦੇ ਹੈ, ਨਿਰਾਸ਼ਾਵਾਂ ਉਪਜਦੀਆਂ, ਆਸ਼ਾਵਾਂ ਉਪਜਦੀਆਂ, ਉਹਨਾਂ ਮਜਬੂਰੀਆਂ ਦਾ ਜ਼ਿਕਰ ਜਸਵਿੰਦਰ ਆਪਣੀਆਂ ਗਜ਼ਲਾਂ ਦੇ ਵਿੱਚ ਕਰਦਾ ਹੈ। ਉਸਨੇ ਗਜ਼ਲ ਵਰਗੇ ਸੂਖਮ ਰੂਪਾਕਾਰ ਵਿੱਚ ਮਨੁੱਖੀ ਜ਼ਿੰਦਗੀ ਦੀਆਂ ਤਲਖ ਹਕੀਕਤਾਂ ਨੂੰ ਅਨੰਤ ਸੰਭਾਵਨਾਵਾਂ ਸਮੇਤ ਪੇਸ਼ ਕੀਤਾ ਹੈ। ਉਸਦੀ ਗਜ਼ਲ ਸਮਕਾਲੀ ਰਾਜਨੀਤੀ, ਸਮਾਜਿਕ ਯਥਾਰਥ, ਰਿਸ਼ਤਿਆਂ ਵਿਚਲੇ ਤਣਾਅ, ਮਾਨਵੀ ਮਨ ਦੀ ਤੜਫ ਅਤੇ ਲੋਚਾ, ਪਰਿਵਾਰ, ਇਕਲਾਪੇ ਅਤੇ ਹੋਰ ਸਥਾਈ ਮਾਨਵੀ ਸਰੋਕਾਰਾਂ ਨੂੰ ਜਵਾਨ ਦਿੰਦੀ ਹੈ। ਵਿਦਿਆਰਥੀਓ, ਇਹੀ ਸਮੱਸਿਆਵਾਂ ਅੱਜ ਦੇ ਮਨੁੱਖ ਦੀਆਂ। ਅੱਜ ਦਾ ਮਨੁੱਖ ਇਕੱਲਾ ਹੋ ਚੁੱਕਾ ਹੈ। ਅੱਜ ਦਾ ਮਨੁੱਖ ਰਿਸ਼ਤਿਆਂ ਦੇ ਵਿੱਚ ਤਣਾਅ ਪੈਦਾ ਕਰੀ ਬੈਠਾ ਹੈ। ਅੱਜ ਦਾ ਮਨੁੱਖ, ਉਹਦੇ ਮਨ ਦੇ ਵਿੱਚ ਇੱਕ ਤੜਫ ਹੈ, ਲੋਚ ਹੈ, ਪਰਿਵਾਰ ਦੀਆਂ ਸਮੱਸਿਆਵਾਂ, ਇਕਲਾਪਾ ਹੈ। ਇਹਨਾਂ ਸਾਰੀਆਂ ਚੀਜ਼ਾਂ ਦਾ ਜ਼ਿਕਰ ਜਸਵਿੰਦਰ ਆਪਣੀਆਂ ਗਜ਼ਲਾਂ ਦੇ ਵਿੱਚ ਕਰਦਾ ਹੈ। ਉਹਦੀ ਇਸ ਪਾਠ ਪੁਸਤਕ ਦੇ ਵਿੱਚ, ਇਸ ਕਾਵਿ ਸੰਗ੍ਰਹਿ ਦੇ ਵਿੱਚ ਜਿਹੜੀਆਂ ਗਜ਼ਲਾਂ ਸ਼ਾਮਲ ਕੀਤੀਆਂ ਗਈਆਂ, ਉਹਨਾਂ ਦੇ ਵਿੱਚੋਂ ਪਹਿਲੀ ਗਜ਼ਲ ਹੈਗੀ ਆ ਸਾਡੀ ਬੇਵਸੀ ਦਾ ਨਾਮ। ਇਹ ਗਜ਼ਲ ਦੇ ਵਿੱਚ ਲੇਖਕ ਨੇ, ਗਜ਼ਲਕਾਰ ਨੇ ਮਨੁੱਖ ਦੀ ਬੇਵਸੀ ਦੇ ਕਈ ਪੱਖਾਂ ਨੂੰ ਪੇਸ਼ ਕੀਤਾ ਹੈ, ਕਈ ਪਸਾਰਾਂ ਨੂੰ ਪੇਸ਼ ਕੀਤਾ ਹੈ। ਨਾਲ ਦੀ ਨਾਲ ਹੀ ਵਰਤਮਾਨ ਮਨੁੱਖ ਦੀ ਇਸ ਬੇਵਸੀ ਹੈ ਜਿਹੜੀ, ਉਹਦੇ ਪਿੱਛੇ ਮਜਬੂਰੀ ਅਤੇ ਲਾਚਾਰੀ ਨੂੰ ਵੀ ਪੇਸ਼ ਕਰ ਜਾਂਦਾ ਹੈ ਅਤੇ ਉਸ ਨੂੰ ਸੁਚੇਤ ਵੀ ਕਰਦਾ ਹੈ ਕਿ ਉਸ ਨੇ ਜੇਕਰ ਆਪਣੇ ਹਿੱਸੇ ਦੀ ਜ਼ਿੰਮੇਵਾਰੀ ਨਾ ਨਿਭਾਈ ਤਾਂ ਅਗਲੀਆਂ ਪੀੜ੍ਹੀਆਂ ਉਸ ਨੂੰ ਕਦੇ ਵੀ ਮਾਫ ਨਹੀਂ ਕਰਨੀਆਂ। ਵਿਦਿਆਰਥੀਓ, ਇਸ ਗਜ਼ਲ ਦੇ ਵਿੱਚ ਆਪਾਂ ਜਦੋਂ ਇਹਦਾ ਸਰਲ ਅਰਥ ਕਰਾਂਗੇ, ਇਹਦਾ ਜ਼ਿਕਰ ਕਰਾਂਗੇ, ਉਸ ਸਮੇਂ ਇਹਨਾਂ ਸਾਰੀਆਂ ਸਥਿਤੀਆਂ ਦਾ ਆਪਾਂ ਵਰਣਨ ਵੀ ਕਰ ਦੇਵਾਂਗੇ। ਮਿਲੇ ਜੋ ਦਿਨ ਕਦੇ ਗਜ਼ਲ ਦੇ ਵਿੱਚ ਲੇਖਕ ਨੇ ਇੱਕ ਅਜਿਹਾ ਥੀਮ ਉਸਾਰਿਆ, ਇੱਕ ਅਜਿਹੀ ਵਿਸ਼ੇ ਦੀ ਪੇਸ਼ਕਾਰੀ ਕੀਤੀ ਹੈ। ਇਸ ਵਿਸ਼ੇ ਦੇ ਵਿੱਚ ਜਿਹੜਾ ਵਰਤਮਾਨ
ਨਿਜ਼ਾਮ ਹੈ ਨਾ, ਵਰਤਮਾਨ ਸੱਤਾ ਪੱਖ ਹੈ ਜਾਂ ਵਰਤਮਾਨ ਜਿਹੜੀ ਸਥਾਪਤੀ ਹੈ, ਉਸ ਵਿੱਚ ਮਨੁੱਖ ਕਿਸ ਢੰਗ ਦੇ ਨਾਲ ਤਲਖ ਹਕੀਕਤਾਂ ਦੇ ਵਿੱਚ ਜਿਉ ਰਿਹਾ ਉਹਦਾ ਜ਼ਿਕਰ ਕੀਤਾ ਹੈ। ਇਸ ਵਿੱਚ ਦਿਨ ਸੁੰਨੀ ਸਰਾਂ ਜਾਂ ਅਜਗਰਾਂ ਵਰਗੇ ਲੱਗਦੇ ਆ। ਆਮ ਮਨੁੱਖ ਇਸ ਨਿਜ਼ਾਮ ਵਿੱਚ ਸੰਤਾਪ ਅਤੇ ਗਮ ਹੰਢਾ ਰਿਹਾ ਹੈ। ਇਸ ਗਜ਼ਲ ਦੇ ਵਿੱਚ ਵਿਦਿਆਰਥੀਓ ਇਸ ਲੇਖਕ ਨੇ ਕੀ ਕੀਤਾ ਹੈ ਕਿ ਪੰਜਾਬ ਦਾ ਜਿਹੜਾ ਸੰਤਾਪ ਸੀਗਾ ਨਾ, 1984 ਵਾਲਾ ਸੰਤਾਪ, 1978 ਤੋਂ ਲੈ ਕੇ 92-93 ਤੱਕ ਵਾਲਾ ਇੱਕ 20-25 ਸਾਲ ਦਾ ਜਿਹੜਾ 20-22 ਸਾਲ ਦਾ ਜਿਹੜਾ ਸੰਤਾਪ ਸੀਗਾ, ਉਹਦਾ ਜ਼ਿਕਰ ਵੀ ਕੀਤਾ। ਉਹਦੀ ਗੂੰਜ ਵੀ ਕਿਤੇ ਨਾ ਕਿਤੇ ਪ੍ਰਤੀਕਾਂ ਦੇ ਰੂਪ ਦੇ ਵਿੱਚ ਸਾਨੂੰ ਸੁਣਾਈ ਦਿੰਦੀ ਹੈ। ਗਜ਼ਲ ਗੋ ਬੰਦੇ ਨੂੰ ਬਾਵਜੂਦ ਮਾੜੇ ਹਾਲਾਤਾਂ ਦੇ ਇੱਕ ਆਸ ਦੀ ਕਿਰਨ ਨਾਲ ਵੀ ਜੋੜੀ ਰੱਖਦਾ ਹੈ। ਨਿਰਾਸ਼ਾਵਾਦ ਤੋਂ ਆਸ਼ਾਵਾਦ ਤੱਕ ਦਾ ਸਫ਼ਰ ਇਸ ਗਜ਼ਲ ਦੇ ਵਿੱਚ ਦੇਖਣ ਨੂੰ ਮਿਲਦਾ ਹੈ, ਕਵੀ ਦੀ ਇਸ ਰਚਨਾ ਦੇ ਵਿੱਚ ਦੇਖਣ ਨੂੰ ਮਿਲਦਾ ਹੈ। ਸੋ ਵਿਦਿਆਰਥੀਓ, ਆਪਾਂ ਇਹਨਾਂ ਦੋਨਾਂ ਗਜ਼ਲਾਂ ਦਾ ਹੁਣ ਆਪਾਂ ਸਰਲ ਅਰਥ ਕਰਾਂਗੇ। ਜਸਵਿੰਦਰ ਦੇ ਜੀਵਨ ਵੇਰਵੇ ਦੀ ਆਪਾਂ ਗੱਲ ਕੀਤੀ ਤੇ ਹੁਣ ਸਰਲ ਅਰਥਾਂ ਦੀ ਆਪਾਂ ਗੱਲ ਕਰਦੇ ਹਾਂ। ਪਹਿਲੀ ਗਜ਼ਲ ਸਾਡੀ ਬੇਬਸੀ ਦਾ ਨਾਮ। ਇਸ ਦੇ ਵਿੱਚ ਵਿਦਿਆਰਥੀਓ ਗਜ਼ਲਕਾਰ ਕੀ ਕਹਿੰਦਾ ਹੈ ਸਾਡੀ ਬੇਬਸੀ ਦਾ ਨਾਮ ਦੇ ਵਿੱਚ, ਆਪਾਂ ਇਹਦੇ ਸਰਲ ਅਰਥ ਕਰਦੇ ਹਾਂ। ਸਾਡੀ ਬੇਬਸੀ ਦਾ ਨਾਮ ਤੂੰ ਕੀ ਨਹੀਂ ਧਰਿਆ, ਕਦੇ ਅਥਰੂ ਕਦੇ ਸ਼ੋਲਾ, ਕਦੇ ਕਤਰਾ ਕਦੇ ਦਰਿਆ। ਕਹਿੰਦਾ ਵੀ ਅਸੀਂ ਮਜਬੂਰ ਸੀਗੇ, ਅਸੀਂ ਬੇਬਸ ਸੀਗੇ, ਤੂੰ ਸਾਡੀ ਬੇਬਸੀ ਦੇ ਬਹੁਤ ਸਾਰੇ ਨਾਮ ਧਰਦਾ ਰਿਹਾ ਹੈ। ਇਹਨੂੰ ਸਮਝਣ ਦੀ ਥਾਂ ਤੂੰ ਇਹਨੂੰ ਕਈ ਤਰ੍ਹਾਂ ਦੇ ਨਾਵਾਂ ਦੇ ਨਾਲ ਪੁਕਾਰਿਆ। ਤੂੰ ਇਸ ਨੂੰ ਕਦੇ ਅਥਰੂ ਕਿਹਾ, ਕਦੇ ਸ਼ੋਲਾ ਕਿਹਾ, ਕਦੇ ਕਤਰਾ ਕਿਹਾ, ਕਦੇ ਦਰਿਆ ਕਿਹਾ। ਇਹਨਾਂ ਸਾਰੇ ਨਾਵਾਂ ਦੇ ਅਧੀਨ ਸਾਡੀ ਬੇਬਸੀ ਨੂੰ ਤੂੰ ਲੁਕੋ ਦਿੱਤਾ ਹੈ, ਸਾਡੀ ਬੇਬਸੀ ਨੂੰ ਤੂੰ ਝੁਠਲਾ ਦਿੱਤਾ ਹੈ। ਇਹ ਤੇਰਾ ਯਤਨ ਗਲਤ ਹੈ। ਅਸਲ ਦੇ ਵਿੱਚ ਕਵੀ ਇਹ ਵੀ ਕਹਿੰਦਾ ਕਿ ਸਾਡਾ ਜਿਹੜਾ ਅਗਲਾ ਜਿਹੜਾ ਪੱਖ ਉਹਦੇ ਚ ਕਵੀ ਕਹਿੰਦਾ, ਤੁਸੀਂ ਤਾਂ ਲੁਤਫ ਲੈਂਦੇ ਹੋ ਲਹੂ ਦੀ ਝੀਲ ਵਿੱਚ ਤਰ ਕੇ, ਅਸੀਂ ਪਲਕਾਂ ਦੇ ਹੇਠ ਫੈਲਿਆ ਸਾਗਰ ਸਦਾ ਤਰਿਆ। ਦੋ ਤਰ੍ਹਾਂ ਦੀ ਸਥਿਤੀ ਹੈ। ਪਹਿਲੀ ਸਥਿਤੀ ਇਹ ਹੈ ਕਿ ਜਿਹੜੀ ਤਲਖ ਹਕੀਕਤ ਹੈਗਾ ਉਹਦਾ ਜ਼ਿਕਰ ਨਹੀਂ ਕਰ ਰਹੇ ਤੁਸੀਂ, ਉਹਨਾਂ ਨੂੰ ਲੁਕੋ ਰਹੇ ਹੋ ਤੁਸੀਂ। ਅਸੀਂ ਤਾਂ ਹਮੇਸ਼ਾ ਇਸ ਤਰ੍ਹਾਂ ਦਾ ਜੀਵਨ ਗੁਜ਼ਾਰਿਆ, ਇਸ ਤਰ੍ਹਾਂ ਦਾ ਜੀਵਨ ਨਾਲ ਸਾਹਮਣਾ ਕੀਤਾ ਹੈ। ਲਹੂ ਦੀ ਝੀਲ ਤਰ ਕੇ ਅਰਥਾਤ ਜਿਹੜੇ ਦੂਸਰੇ ਲੋਕ ਹੈ ਉਹਨਾਂ ਦੇ ਦੁੱਖਾਂ ਦਾ ਤੁਸੀਂ ਮਜ਼ਾ ਲੈਂਦੇ ਹੋ। ਜਿਹੜੀ ਦੂਸਰੀ ਧਿਰ ਹੈਗੀ ਹੈ ਨਾ, ਦੋ ਧਿਰਾਂ ਦਾ ਜ਼ਿਕਰ ਹੈਗਾ। ਪਹਿਲੀ ਧਿਰ ਕਵੀ ਔਰ ਉਸ ਨਾਲ ਸੰਬੰਧਿਤ ਲੋਕ ਹੈ, ਜਿਹੜੀ ਪੀੜਤ ਧਿਰ ਹੈ। ਦੂਜੀ ਧਿਰ ਸਥਾਪਤੀ, ਜਿਹੜੀ ਇਸ ਪੀੜਤ ਧਿਰ ਦੇ ਉੱਪਰ ਉਹਨੂੰ ਦੁੱਖ ਦੇ ਕੇ ਖੁਸ਼ ਹੋ ਰਹੀ ਆ, ਉਹਦਾ ਜ਼ਿਕਰ ਲੇਖਕ ਕਰ ਰਿਹਾ ਹੈ, ਗਜ਼ਲਕਾਰ ਕਰ ਰਿਹਾ ਹੈ। ਸਥਾਪਤੀ ਵਾਲੀ ਧਿਰ ਨੂੰ ਕਵੀ ਸੰਬੋਧਿਤ ਹੋ ਕੇ ਕਹਿੰਦਾ ਹੈ ਕਿ ਤੁਸੀਂ ਦੂਸਰਿਆਂ ਨੂੰ ਤਕਲੀਫਾਂ ਦੇ ਕੇ, ਦੂਸਰਿਆਂ ਨੂੰ ਦੁੱਖ ਦੇ ਕੇ ਖੁਦ ਮਜ਼ੇ ਲੈਂਦੇ ਹੋ, ਪਰ ਅਸੀਂ ਆਪਣੀਆਂ ਪਲਕਾਂ ਹੇਠ, ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਸਾਰੇ ਅਜਿਹੇ ਅਥਰੂ ਸਾਂਭੇ ਹੋਏ ਹੈ, ਬਹੁਤ ਸਾਰੇ ਅਜਿਹੇ ਦੁੱਖ ਸਾਂਭੇ ਹੋਏ ਹੈ, ਤੇ ਅਸੀਂ ਤਾਂ ਹਮੇਸ਼ਾ ਹੀ ਇਸ ਦੁੱਖ ਰੂਪੀ ਸੰਸਾਰ ਨੂੰ ਦੁੱਖ ਰੂਪੀ ਸੰਸਾਰ ਸਾਗਰ ਨੂੰ ਤਰਦੇ ਰਹੇ ਹਾਂ। ਇਸ ਦੁੱਖ ਦੇ ਨਾਲ ਹੀ, ਇਸ ਮਜਬੂਰੀ ਦੇ ਨਾਲ ਹੀ ਅਸੀਂ ਹਮੇਸ਼ਾ ਹੀ ਦੁੱਖਾਂ ਦੇ ਵਿੱਚ ਰਹਿ ਕੇ ਆਪਣੀ ਜ਼ਿੰਦਗੀ ਨੂੰ ਕੱਟਿਆ। ਕਹਿਣ ਦਾ ਭਾਵ ਵਿਦਿਆਰਥੀਓ ਗਜ਼ਲਕਾਰ ਦਾ ਇਹੀ ਹੈ ਕਿ ਜਿਹੜੀ ਸਾਡੀ ਬੇਬਸੀ ਸੀਗੀ, ਸਥਾਪਤੀ ਨੂੰ ਸੰਬੋਧਿਤ ਹੋ ਕੇ ਕਹਿ ਰਿਹਾ ਸਾਡੀ ਬੇਬਸੀ ਦੇ ਵੱਖ-ਵੱਖ ਤਰ੍ਹਾਂ ਦੇ ਨਾਂ ਧਰੇ ਹੈ। ਅਮੀਰ ਵਰਗ ਨੇ ਜਾਂ ਸਥਾਪਤੀ ਨੇ ਜਾਂ ਮੌਕੇ ਦੀਆਂ ਸਰਕਾਰਾਂ ਨੇ ਕਦੇ ਉਹਨੂੰ ਅਥਰੂ ਕਿਹਾ ਹੈ, ਕਦੇ ਉਹਨੂੰ ਸ਼ੋਲਾ ਕਿਹਾ, ਕਦੇ ਕਤਰਾ ਕਿਹਾ, ਕਦੇ ਦਰਿਆ ਕਿਹਾ। ਜੇ ਸੰਯੁਕਤ ਰੂਪ ਦੇ ਵਿੱਚ ਇਹਨਾਂ ਸਮੱਸਿਆਵਾਂ ਦੇ ਖਿਲਾਫ ਖੜੇ ਹੋਣ ਦੀ ਲੋਕ ਗੱਲ ਕਰਦੇ ਆ ਤਾਂ ਉਹਨੂੰ ਵਿਦਰੋਹ ਦਾ ਨਾਂ ਦੇ ਦਿੰਦੇ ਹੋ। ਜੇਕਰ ਇਕੱਲਾ ਬੰਦਾ ਉਸ ਦੁੱਖ ਨੂੰ ਝੱਲ ਰਿਹਾ ਤਾਂ ਤੁਸੀਂ ਉਹਨੂੰ ਅਥਰੂ ਸਿੱਟਣ ਵਾਲਾ ਕਹਿ ਦਿੰਦੇ ਹੋ। ਇਹ ਵੱਖ-ਵੱਖ ਤਰ੍ਹਾਂ ਦੇ ਤੁਸੀਂ ਨਾਂ ਦੇ ਕੇ ਆਪਣੇ ਆਪ ਦੇ ਵਿੱਚ ਖੁਸ਼ ਹੋ ਰਹੇ ਹੋ। ਤੁਸੀਂ ਤਾਂ ਲੁਤਫ ਲੈਂਦੇ ਹੋ ਲਹੂ ਦੀ ਝੀਲ ਵਿੱਚ ਤਰ ਕੇ, ਤੁਸੀਂ ਤਾਂ ਇਹਨਾਂ ਦੁੱਖਾਂ ਤਕਲੀਫਾਂ ਨੂੰ ਦੇਖ ਕੇ ਖੁਸ਼ ਹੋ ਲੈਂਦੇ ਹੋ। ਤੁਸੀਂ ਤਾਂ ਇਹਨਾਂ ਦੁੱਖਾਂ ਤਕਲੀਫਾਂ ਨੂੰ ਦੂਰ ਕਰਨ ਦੀ ਕੋਸ਼ਿਸ਼ ਨਹੀਂ ਕਰਦੇ, ਸਗੋਂ ਤੁਸੀਂ ਇਹਨਾਂ ਦੁੱਖਾਂ ਤਕਲੀਫਾਂ ਨੂੰ ਦੇਖ ਕੇ ਖੁਸ਼ ਹੋ ਕੇ ਆਪਣੇ ਆਪ ਮਜ਼ਾ ਲੈ ਰਹੇ ਹੋ। ਪਰ ਅਸੀਂ ਹਮੇਸ਼ਾ ਹੀ ਪਲਕਾਂ ਦੇ ਹੇਠ ਇੱਕ ਅਜਿਹਾ ਸੰਸਾਰ, ਅਜਿਹਾ ਸਾਗਰ ਤਰਿਆ ਹੈ। ਇਹ ਸਾਗਰ ਜਿਹੜਾ ਸਾਡੇ ਦੁੱਖਾਂ ਦਾ ਹੈ, ਤਕਲੀਫਾਂ ਦਾ ਹੈ। ਸੋ ਤੁਸੀਂ ਉਸ ਦੇ ਬਾਰੇ ਕਦੇ ਵੀ ਉਹ ਮਹਿਸੂਸ ਨਹੀਂ ਕੀਤਾ, ਸਾਡੇ ਦੁੱਖਾਂ ਨੂੰ, ਸਾਡੀਆਂ ਤਕਲੀਫਾਂ ਨੂੰ। ਉਹ ਰੁੱਖ ਬਦਨਾਮ ਹੋ ਜਾਣੇ, ਉਹ ਤਰਸਣਗੇ ਜਨੌਰਾਂ ਨੂੰ, ਜਿਨ੍ਹਾਂ ਨੇ ਪਤਝੜਾਂ ਦੇ ਕਹਿਰ ਤੇ ਇਤਰਾਜ਼ ਨਾ ਕਰਿਆ। ਦੋ ਤਰ੍ਹਾਂ ਦੇ ਲੋਕ ਹੈ। ਇੱਕ ਲੋਕ ਉਹ ਹੈ, ਇੱਕ ਲੇਖਕ ਉਹ ਹੈ ਜਿਹੜੇ
ਵਰਤਮਾਨ ਯੁੱਗ ਦੇ ਵਿੱਚ ਹੋ ਰਹੇ ਅਨਿਆਂ ਦੇ ਖਿਲਾਫ ਖੜੇ ਹੋ ਕੇ ਲਾਭਬੰਦ ਹੋ ਰਹੇ ਹੈ ਅਤੇ ਲੋਕਾਂ ਦੇ ਹੱਕ ਦੇ ਵਿੱਚ ਭੁਗਤ ਰਹੇ ਹੈ। ਇੱਕ ਲੇਖਕ ਉਹ ਨੇ, ਇੱਕ ਕਵੀ ਉਹ ਨੇ, ਇੱਕ ਸਾਹਿਤਕਾਰ ਉਹ ਨੇ ਜਿਹੜੇ ਇਸ ਵਾਪਰ ਰਹੇ ਗਲਤ ਵਰਤਾਰੇ ਦੇ ਖਿਲਾਫ ਕੋਈ ਵੀ ਗੱਲ ਨਹੀਂ ਕਹਿਣਾ ਚਾਹੁੰਦੇ, ਕੋਈ ਵੀ ਗੱਲ ਨਹੀਂ ਕਰ ਰਹੇ। ਕਵੀ ਕਹਿੰਦਾ ਕਿ ਜਿਹੜੇ ਸਾਹਿਤਕਾਰ ਇਸ ਤਰ੍ਹਾਂ ਦੇ ਆ ਜਿਹੜੇ ਸਥਾਪਤੀ ਦੇ ਹੱਕ ਦੇ ਵਿੱਚ ਖੜਦੇ ਆ, ਜਾਂ ਜਿਹੜੀ ਅਣਹੋਣੀਆਂ ਵਾਪਰ ਰਹੀਆਂ, ਜਿਹੜੇ ਲੋਕਾਂ ਦੇ ਨਾਲ ਅਨਿਆਂ ਹੋ ਰਿਹਾ ਉਹਨਾਂ ਦੇ ਹੱਕ ਦੇ ਵਿੱਚ ਕੋਈ ਗੱਲ ਨਹੀਂ ਕਰਦੇ, ਉਸ ਤਰ੍ਹਾਂ ਦੇ ਕਵੀ ਹੈ, ਉਸ ਤਰ੍ਹਾਂ ਦੇ ਲੇਖਕ ਹੈ, ਉਹ ਉਹਨਾਂ ਰੁੱਖਾਂ ਵਰਗੇ ਹੈ ਤੇ ਬਦਨਾਮ ਵੀ ਹੋ ਜਾਣਗੇ ਉਹਨਾਂ ਰੁੱਖਾਂ ਦੀ ਤਰ੍ਹਾਂ। ਔਰ ਉਹ ਆਪਣੇ ਆਪ ਨੂੰ ਆਪਣੇ ਆਪ ਦੇ ਉੱਪਰ ਜਿਹੜੇ ਪੰਛੀਆਂ ਦੇ ਲਈ ਤਰਸ ਰਹੇ ਹੈ, ਜਿਨ੍ਹਾਂ ਨੇ ਪਤਝੜ ਦੇ ਕਹਿਰ ਉੱਤੇ ਕਦੀ ਇਤਰਾਜ਼ ਨਹੀਂ ਕੀਤਾ। ਇਹ ਕਵੀ ਉਹਨਾਂ ਲੋਕਾਂ ਨੂੰ ਰੁੱਖਾਂ ਦਾ ਨਾਂ ਦਿੰਦਾ, ਇਹੋ ਜਿਹੇ ਰੁੱਖਾਂ ਦਾ ਨਾਂ ਦਿੰਦਾ ਜਿਹੜੇ ਪਤਝੜ ਦੇ ਕਹਿਰ ਦੇ ਉੱਪਰ ਇਤਰਾਜ਼ ਨਹੀਂ ਕਰ ਰਹੇ। ਕਹਿਣ ਦਾ ਭਾਵ ਵਰਤਮਾਨ ਯੁੱਗ ਦੇ ਵਿੱਚ ਸਥਾਪਤੀ ਦੇ ਖਿਲਾਫ ਖੜੇ ਹੋਣ ਦਾ ਜੇਰਾ ਨਹੀਂ ਕਰ ਰਹੇ, ਸਗੋਂ ਉਸ ਸਥਾਪਤੀ ਦੇ ਨਾਲ ਰਲ ਰਹੇ ਹੈ। ਵਰਤਮਾਨ ਯੁੱਗ ਦੇ ਵਿੱਚ ਮਨੁੱਖ ਬਹੁਤ ਪੀੜਤ ਹੈ ਵਿਦਿਆਰਥੀਓ, ਔਰ ਜਿਹੜੀਆਂ ਸਰਕਾਰਾਂ ਹੈਗੀਆਂ ਮੌਕੇ ਦੀਆਂ ਉਹ ਲੋਕਾਂ ਨੂੰ ਨਿਆਂ ਨਹੀਂ ਦੇ ਰਹੀਆਂ, ਨਿਆਂ ਨਹੀਂ ਦੇ ਰਹੀਆਂ, ਸਗੋਂ ਉਹਨਾਂ ਤੇ ਜ਼ੁਲਮ ਕਰ ਰਹੀਆਂ। ਤੇ ਬਹੁਤ ਸਾਰੇ ਸਾਡੇ ਜਿਹੜੇ ਸਾਹਿਤਕਾਰ ਹੈ, ਸਾਡੇ ਜਿਹੜੇ ਕਲਾਕਾਰ ਹੈ, ਉਹ ਸਰਕਾਰ ਦੇ ਹੱਕ ਦੇ ਵਿੱਚ ਭੁਗਤ ਰਹੇ ਹੈ। ਪੰਜਾਬ ਦੇ ਹਾਲਾਤ ਲੈ ਲਓ, ਭਾਰਤ ਦੇ ਹਾਲਾਤ ਲੈ ਲਓ, ਵਿਸ਼ਵ ਦੇ ਹਾਲਾਤ ਲੈ ਲਓ, ਤੁਸੀਂ ਦੇਖੋਗੇ ਕਿ ਬਹੁਤ ਸਾਰੇ ਜਿਹੜੇ ਸਾਹਿਤਕਾਰ ਹੈ, ਬਹੁਤ ਸਾਰੇ ਜਿਹੜੇ ਕਲਾਕਾਰ ਹੈ, ਜਿਨ੍ਹਾਂ ਨੂੰ ਲੋਕਾਂ ਨੇ ਆਪਣੀਆਂ ਅੱਖਾਂ ਦੇ ਉੱਪਰ ਬਿਠਾਇਆ ਸੀ, ਉਹ ਸਰਕਾਰ ਦੇ ਹੱਕ ਦੇ ਵਿੱਚ ਝੰਡਾ ਚੱਕੀ ਖੜੇ ਹੈ, ਜਿਹੜੀਆਂ ਸਰਕਾਰਾਂ ਲੋਕਾਂ ਦੇ ਉੱਪਰ ਜ਼ੁਲਮ ਕਰ ਰਹੀਆਂ। ਇਸੇ ਕਰਕੇ ਲੇਖਕ ਕਵੀ ਗਜ਼ਲਕਾਰ ਇਹ ਗੱਲ ਲਿਖ ਰਿਹਾ, ਉਹ ਰੁੱਖ ਬਦਨਾਮ ਹੋ ਜਾਣੇ, ਉਹ ਤਰਸਣਗੇ ਜਨੌਰਾਂ ਨੂੰ। ਜਿਹੜੇ ਲੋਕ ਅਜਿਹੇ ਕਿਸਮ ਦੇ ਹਨ ਨੇ, ਉਹ ਉਹਨਾਂ ਰੁੱਖਾਂ ਵਰਗੇ ਹੈ ਜਿਹੜੇ ਰੁੱਖ ਪਤਝੜ ਦੇ ਉੱਪਰ ਇਤਰਾਜ਼ ਨਹੀਂ ਕਰ ਰਹੇ, ਜਿਹੜੇ ਰੁੱਖ ਪਤਝੜ ਨੂੰ ਮਾੜਾ ਨਹੀਂ ਕਹਿ ਰਹੇ, ਉਹ ਇੱਕ ਦਿਨ ਉਹਨਾਂ ਜਾਨਵਰਾਂ ਲਈ ਤਰਸ ਜਾਣਗੇ, ਉਹਨਾਂ ਜਨੌਰਾਂ ਲਈ ਤਰਸ ਜਾਣਗੇ ਜਿਹੜੇ ਉਹਨਾਂ ਦੇ ਉੱਤੇ ਆ ਕੇ ਆਲਣਾ ਬਣਾਉਂਦੇ ਆ, ਉਹਨਾਂ ਦੇ ਉੱਪਰ ਆਲਣਾ ਬਣਾਉਂਦੇ ਆ। ਤਾਈਓ ਰੁੱਖ ਨੇ। ਜੇਕਰ ਉਹ ਰੁੱਖ ਉਸ ਸਥਾਪਤੀ ਦਾ ਵਿਰੋਧ ਨਹੀਂ ਕਰਨਗੇ, ਇਹ ਬਦਨਾਮ ਰੁੱਖ ਅਸਲ ਦੇ ਵਿੱਚ ਸਥਾਪਤੀ ਦੇ ਨਾਲ ਖੜਨ ਵਾਲੇ ਕਲਾਕਾਰ ਤੇ ਸਾਹਿਤਕਾਰਾਂ ਨੂੰ ਕਿਹਾ ਲੇਖਕ ਨੇ। ਸਮੁੰਦਰ ਨੂੰ ਰਤਾ ਅਹਿਸਾਸ ਹੁੰਦਾ ਗੱਲ ਬਣ ਜਾਂਦੀ, ਹਨੇਰੀ ਦਾ ਸਿਤਮ ਸੀ ਬਾਦਵਾਨਾ ਕਿਸ ਤਰ੍ਹਾਂ ਜਰਿਆ। ਹੁਣ ਵਿਦਿਆਰਥੀਓ, ਬਾਦਵਾਨਾ ਅਸਲ ਦੇ ਵਿੱਚ ਸਮੁੰਦਰੀ ਜਹਾਜ਼ ਦੇ ਨੂੰ ਡੋਲਣ ਤੋਂ ਬਚਾਉਣ ਦੇ ਲਈ ਇੱਕ ਅਜਿਹੀ ਵਿਧੀ ਹੈ, ਜਾਂ ਇੱਕ ਅਜਿਹਾ ਪਤਵਾਰ ਕਿਹਾ ਜਾਂਦਾ ਹੈ, ਜਿਸ ਵਿੱਚ ਹਵਾ ਭਰੀ ਜਾਂਦੀ ਹੈ ਤੇ ਜਹਾਜ਼ ਇਹਦੇ ਸਹਾਰੇ ਚੱਲਦਾ ਹੈ। ਜਹਾਜ਼ ਡੋਲਦਾ ਨਹੀਂ ਜੇਕਰ ਕੋਈ ਇਸ ਤਰ੍ਹਾਂ ਦੀ ਲਹਿਰ ਆਉਂਦੀ ਹੈ, ਹਵਾ ਆਉਂਦੀ ਹੈ ਉਸ ਦੇ ਵਿੱਚ। ਸਮੁੰਦਰ ਨੂੰ ਰਤਾ ਅਹਿਸਾਸ ਹੁੰਦਾ ਗੱਲ ਬਣ ਜਾਂਦੀ। ਕਵੀ ਕਹਿੰਦਾ ਕਿ ਜੇਕਰ ਸਮੁੰਦਰ ਨੂੰ ਇਸ ਚੀਜ਼ ਦਾ ਰਤਾ ਵੀ ਅਹਿਸਾਸ ਹੁੰਦਾ ਕਿ ਹਨੇਰੀ ਦੇ ਕਹਿਰ ਦੇ ਵਿੱਚ ਜਿਹੜਾ ਸਾਡਾ ਬਾਦਵਾਨਾ ਹੈ, ਉਹ ਉਸ ਹਨੇਰੀ ਨੂੰ ਕਿਵੇਂ ਜਰ ਰਿਹਾ ਹੈ, ਉਸ ਦੇ ਸਿਤਮ ਨੂੰ, ਉਸ ਦੇ ਜਿਹੜਾ ਹੈਗਾ ਜ਼ੁਲਮ ਨੂੰ ਕਿਵੇਂ ਸਹਿ ਰਿਹਾ ਹੈ, ਜੇਕਰ ਇਹ ਥੋੜਾ ਜਿਹਾ ਵੀ ਪਤਾ ਹੁੰਦਾ ਤਾਂ ਸ਼ਾਇਦ ਸਮੁੰਦਰ ਸਹੀ ਢੰਗ ਦੇ ਨਾਲ ਵਿਵਹਾਰ ਕਰ ਸਕਦਾ। ਸਮੁੰਦਰ ਨੂੰ ਰਤਾ ਅਹਿਸਾਸ ਹੁੰਦਾ ਗੱਲ ਬਣ ਜਾਣੀ ਸੀ। ਕਹਿੰਦਾ ਕਿ ਜੇਕਰ ਸਮੁੰਦਰ ਨੂੰ ਇਸ ਚੀਜ਼ ਦਾ ਕਿਤੇ ਨਾ ਕਿਤੇ ਥੋੜਾ ਬਹੁਤਾ ਅਹਿਸਾਸ ਹੁੰਦਾ ਤਾਂ ਜਿਹੜੇ ਬਾਦਵਾਨੇ ਸੀਗੇ ਉਹਨਾਂ ਨੇ ਹਨੇਰੀ ਦੇ ਕਹਿਰ ਨੂੰ ਰੋਕਿਆ, ਕਿਸ ਢੰਗ ਨਾਲ ਰੋਕਿਆ, ਤਾਂ ਸ਼ਾਇਦ ਗੱਲ ਕਹਿੰਦਾ ਠੀਕ ਬਣ ਜਾਂਦੀ। ਕਹਿਣ ਦਾ ਭਾਵ ਇਹ ਹੈ ਕਿ ਜੇਕਰ ਮੌਕੇ ਦੀਆਂ ਜਿਹੜੀਆਂ ਸਥਾਪਤੀ ਸਰਕਾਰਾਂ ਨੇ ਜਾਂ ਜਿਹੜੇ ਜ਼ੁਲਮ ਕਰਨ ਵਾਲੇ ਲੋਕ ਨੇ, ਜੇਕਰ ਉਹਨਾਂ ਦੇ ਜ਼ੁਲਮਾਂ ਦਾ ਅਹਿਸਾਸ ਇਹਨਾਂ ਕਲਾਕਾਰਾਂ ਨੂੰ ਜਾਂ ਜਿਹੜਾ ਇਹ ਸਮੁੰਦਰ ਰੂਪੀ ਜਿਹੜਾ ਸੰਸਾਰ ਹੈਗਾ ਉਹਨੂੰ ਪਤਾ ਹੋਵੇ, ਤਾਂ ਸ਼ਾਇਦ ਇਸ ਦੁੱਖ ਦੀ ਘੜੀ ਨੂੰ ਵੀ ਬੜੇ ਸੌਖੇ ਢੰਗ ਨਾਲ ਗੁਜ਼ਾਰਿਆ ਜਾ ਸਕਦਾ ਸੀ। ਕਿ ਕਿਸ ਢੰਗ ਨਾਲ ਉਹਨਾਂ ਲੋਕਾਂ ਨੇ ਸਮੁੰਦਰ ਦੇ ਵਿੱਚ ਜਿਵੇਂ ਬਾਦਵਾਨ ਹਨੇਰੀ ਦਾ ਤੇ ਤੂਫਾਨ ਦਾ ਸਾਹਮਣਾ ਕਰਦੇ ਆ, ਉਹ ਚੀਜ਼ ਦਾ ਜੇਕਰ ਉਹਨਾਂ ਨੂੰ ਪਤਾ ਹੁੰਦਾ ਤਾਂ ਸ਼ਾਇਦ ਉਹ ਵੀ ਉਹਨਾਂ ਨੂੰ ਦੁੱਖ ਦਾ ਪਤਾ ਲੱਗਦਾ ਤੇ ਇਹ ਦੁੱਖ ਉਪਜੀਦਾ ਹੀ ਨਾ, ਇਹ ਦੁੱਖ ਸ਼ੁਰੂ ਹੀ ਨਾ ਹੁੰਦਾ। ਅਸੀਂ ਵੀ ਖਿੱਤੀਆਂ ਇਸ ਆਲਣੇ ਅੰਦਰ ਸਜਾਵਾਂਗੇ, ਸਾਡਾ ਅਸਮਾਂ ਹੋਏਗਾ ਇੱਕ ਦਿਨ ਤਾਰਿਆਂ ਭਰਿਆ। ਇੱਥੇ ਉੱਪਰ ਸਾਰੀਆਂ ਜਿਹੜੀਆਂ ਚੀਜ਼ਾਂ ਨਿਰਾਸ਼ਾਵਾਦੀ ਜੀ ਜ਼ਿੰਦਗੀ ਦੇ ਪਲ ਸੀਗੇ, ਪਰ ਇੱਥੇ ਆ ਕੇ ਕਵੀ ਆਸ਼ਾਵਾਦੀ ਬਣ ਜਾਂਦਾ ਹੈ। ਕਹਿੰਦਾ ਕੋਈ ਗੱਲ ਨਹੀਂ, ਇਹ ਵਿਦਰੋਹ ਹੋ ਰਿਹਾ, ਸਾਡੇ ਖਿਲਾਫ ਜ਼ੁਲਮ ਹੋ ਰਿਹਾ, ਵਰਤਮਾਨ ਜਿਹੜੀ ਸਥਾਪਤੀ ਹੈ ਸਾਡੇ ਉਲਟ ਖੜੀ ਹੈ, ਕੋਈ ਗੱਲ ਨਹੀਂ। ਕਹਿੰਦਾ ਅਸੀਂ ਵੀ ਇੱਕ ਦਿਨ ਖਿੱਤੀਆਂ ਹੁੰਦੀਆਂ ਤਾਰਿਆਂ ਦਾ ਸਮੂਹ, ਕਹਿੰਦਾ ਅਸੀਂ ਵੀ ਆਪਣੇ
ਆਲਣਿਆਂ ਦੇ ਵਿੱਚ, ਆਪਣੇ ਘਰਾਂ ਦੇ ਵਿੱਚ ਉਹ ਤਾਰੇ ਸਜਾਵਾਂਗੇ ਇੱਕ ਦਿਨ। ਅਸੀਂ ਵੀ ਆਸ਼ਾ ਭਰੀ ਲੋਕ ਹਾਂ, ਅਸੀਂ ਵੀ ਕ੍ਰਾਂਤੀ ਲੈ ਕੇ ਆਵਾਂਗੇ, ਅਸੀਂ ਵੀ ਜ਼ੁਲਮ ਦੇ ਖਿਲਾਫ ਡਟਾਂਗੇ ਤੇ ਇੱਕ ਦਿਨ ਜ਼ਰੂਰ ਜਿੱਤਾਂਗੇ। ਸਾਡੇ ਘਰਾਂ ਦੇ ਵਿੱਚ ਵੀ ਰੌਸ਼ਨੀ ਹੋਊਗੀ, ਸਾਡਾ ਅਸਮਾਨ ਹੋਏਗਾ ਇੱਕ ਦਿਨ ਤਾਰਿਆਂ ਭਰਿਆ, ਤੇ ਸਾਡੀ ਜ਼ਿੰਦਗੀ ਰੂਪੀ ਅਸਮਾਨ ਹੈ ਜਿਹੜਾ ਉਹ ਵੀ ਇੱਕ ਦਿਨ ਆਸ਼ਾ ਭਰੇ ਤਾਰਿਆਂ ਦੇ ਨਾਲ ਚਮਕੇਗਾ, ਪ੍ਰਕਾਸ਼ ਹੋਏਗਾ ਉਹਦੇ ਵਿੱਚ, ਤੇ ਸਾਨੂੰ ਵੀ ਸਾਡਾ ਜ਼ਿੰਦਗੀ ਦੇ ਵਿੱਚ ਨਿਆਂ ਮਿਲੂਗਾ। ਅਸੀਂ ਵੀ ਖੁਸ਼ੀ ਭਰਿਆ ਜੀਵਨ ਬਤੀਤ ਕਰਾਂਗੇ। ਬੁਝਾ ਕੇ ਕੁਝ ਕੁ ਦੀਵੇ ਭੁੱਲ ਗਏ ਹੋਂ ਕੰਧ ਤੇ ਲਿਖਿਆ, ਕਦੇ ਸੂਰਜ ਨਹੀਂ ਠਰਿਆ, ਕਦੇ ਚਾਨਣ ਨਹੀਂ ਮਰਿਆ। ਕਹਿੰਦਾ ਕੋਈ ਗੱਲ ਨਹੀਂ, ਇਸ ਜ਼ੁਲਮ ਦੇ ਵਿੱਚ, ਇਸ ਕਹਿਰ ਦੇ ਵਿੱਚ ਸਾਡੀਆਂ ਸਥਾਪਤੀਆਂ ਜਾਨੀਆਂ ਸਾਡੇ ਜ਼ੁਲਮ ਕਰਨ ਵਾਲੇ ਜਿਹੜੇ ਸਾਡੇ ਤੇ ਲੋਕ ਹੈ, ਸਰਕਾਰਾਂ ਮੌਕੇ ਦੀਆਂ ਜਿਹੜੀਆਂ ਲੋਕਾਂ ਦੇ ਸੰਘਰਸ਼ਾਂ ਨੂੰ ਦਬਾ ਦਿੰਦੀਆਂ ਧੱਕੇ ਨਾਲ, ਕੋਈ ਗੱਲ ਨਹੀਂ, ਕੀ ਹੋ ਗਿਆ ਜੇਕਰ ਤੁਸੀਂ ਸਾਡੇ ਥੋੜੇ ਜਿਹੇ ਦੀਵੇ ਬੁਝਾ ਦਿੱਤੇ ਹੈ, ਪ੍ਰਕਾਸ਼ ਦੇਣ ਵਾਲੇ ਲੋਕਾਂ ਨੂੰ ਤੁਸੀਂ ਮਾਰ ਦਿੱਤਾ ਹੈ, ਕੋਈ ਗੱਲ ਨਹੀਂ। ਤੁਸੀਂ ਅੱਗੇ ਦੇਖੋ ਕੰਧ ਤੇ ਕੀ ਲਿਖਿਆ, ਕਦੇ ਸੂਰਜ ਨਹੀਂ ਠਰਿਆ, ਕਦੇ ਚਾਨਣ ਨਹੀਂ ਮਰਿਆ। ਇਹ ਸੂਰਜ ਨੂੰ ਤੁਸੀਂ ਕਿਵੇਂ ਮਾਰੋਗੇ, ਇਸ ਚਾਨਣ ਨੂੰ ਤੁਸੀਂ ਕਿਵੇਂ ਖਤਮ ਕਰ ਦਿਓਗੇ। ਕਦੇ ਵੀ ਕੋਈ ਕ੍ਰਾਂਤੀ, ਕਦੇ ਵੀ ਕੋਈ ਜਿਹੜਾ ਵਿਚਾਰ ਹੈਗਾ ਉਹਨੂੰ ਦਬਾਇਆ ਨਹੀਂ ਜਾ ਸਕਦਾ। ਕਿਸੇ ਸਮੇਂ ਉਹ ਮੱਧਮ ਪੈ ਸਕਦਾ ਵਿਚਾਰ, ਪਰ ਕਦੇ ਵੀ ਤੁਸੀਂ ਸੂਰਜ ਨੂੰ ਚੜ੍ਹਨ ਤੋਂ ਨਹੀਂ ਰੋਕ ਸਕਦੇ, ਕਦੇ ਵੀ ਸੂਰਜ ਦੇ ਪ੍ਰਕਾਸ਼ ਨੂੰ ਦੁਨੀਆ ਦੇ ਵਿੱਚ ਫੈਲਣ ਤੋਂ ਨਹੀਂ ਰੋਕ ਸਕਦੇ। ਕੋਈ ਗੱਲ ਹੋਰ ਹੋਏਗੀ ਜੋ ਸੋਹਣੀ ਡੁੱਬ ਕੇ ਮੋਈ, ਸਦਾ ਪੱਕਾ ਨਹੀਂ ਤਰਿਆ, ਸਦਾ ਕੱਚਾ ਨਹੀਂ ਖਰਿਆ। ਕਹਿੰਦਾ ਇਹ ਵੀ ਗੱਲ ਹੋ ਸਕਦੀ ਹੈ, ਕਹਿੰਦਾ ਜਿਹੜਾ ਕਿਤੇ ਕੋਈ ਸੰਘਰਸ਼ ਫੇਲ ਹੁੰਦਾ ਹੈ ਉਹਦੇ ਪਿੱਛੇ ਕਾਰਨ ਕੁਝ ਹੋਰ ਹੋਣ। ਜਿਵੇਂ ਸੋਹਣੀ ਨੇ ਸੰਘਰਸ਼ ਕੀਤਾ ਸੀਗਾ, ਮਹੀਵਾਲ ਨੂੰ ਮਿਲਣ ਜਾਂਦੀ ਸੀਗੀ, ਤੇ ਇੱਕ ਦਿਨ ਉਹਦੇ ਨਨਾਣ ਨੇ ਉਹਦੇ ਪੱਕੇ ਘੜੇ ਦੀ ਥਾਂ ਦੇ ਉੱਪਰ ਕੱਚਾ ਰੱਖ ਦਿੱਤਾ ਸੀ, ਕਿਤੇ ਜਦੋਂ ਉਹ ਠਿੱਲਣ ਲੱਗੀ ਤਾਂ ਕੱਚਾ ਘੜਾ ਖੁਰ ਗਿਆ ਤੇ ਉਹ ਡੁੱਬ ਕੇ ਮਰ ਗਈ। ਕਹਿੰਦਾ ਇਹ ਵੀ ਤੁਸੀਂ ਜਾਂਚ ਕਰ ਲਓ, ਕੋਈ ਹੋਰ ਵੀ ਗੱਲ ਹੋ ਸਕਦੀ ਹੈ। ਕਹਿੰਦਾ ਜੋ ਸੋਹਣੀ ਡੁੱਬ ਕੇ ਮੋਈ, ਸਦਾ ਪੱਕਾ ਨਹੀਂ ਤਰਿਆ, ਸਦਾ ਕੱਚਾ ਨਹੀਂ ਖਰਿਆ। ਕਹਿੰਦਾ ਕਦੇ ਜ਼ਰੂਰੀ ਨਹੀਂ ਕਿ ਪੱਕਾ ਘੜਾ ਹਮੇਸ਼ਾ ਹੀ ਤੁਹਾਨੂੰ ਪਾਰ ਲੈ ਦੇਵੇ ਤੇ ਜਾਂ ਕੱਚਾ ਘੜਾ ਸਦਾ ਹੀ ਤੁਹਾਨੂੰ ਡੁਬੋ ਦੇਵੇ। ਇਸ ਕਰਕੇ ਕਹਿੰਦਾ ਤੁਸੀਂ ਕਦੇ ਵੀ ਇਹ ਨਾ ਸੋਚੋ। ਸੋ ਵਿਦਿਆਰਥੀਓ, ਇਸ ਕਵਿਤਾ ਦੇ ਵਿੱਚ ਕਵੀ ਨੇ, ਇਸ ਗਜ਼ਲ ਦੇ ਵਿੱਚ ਕਵੀ ਨੇ ਜਿਹੜਾ ਵਿਚਾਰ ਪੇਸ਼ ਕੀਤਾ, ਉਹਦੇ ਮੁੱਖ ਜਿਹੜੇ ਆਪਾਂ ਕਹਿ ਸਕਦੇ ਹੈਗੇ ਆ, ਉਹਨਾਂ ਦੀ ਆਪਾਂ ਗੱਲ ਕਰਦੇ ਹਾਂ। ਕਿਹੜੇ ਕਿਹੜੇ ਵਿਚਾਰੇ, ਇੱਕ ਤਾਂ ਵਿਦਿਆਰਥੀਓ ਧਿਆਨ ਦੇਖੋ, ਧਿਆਨ ਨਾਲ ਸੁਣੋ ਇਹ ਗੱਲ ਕਿ ਇਸ ਗਜ਼ਲ ਦੇ ਵਿੱਚ ਮਨੁੱਖ ਦੀ ਬੇਵਸੀ ਦੇ ਵੱਖ-ਵੱਖ ਪੱਖਾਂ ਨੂੰ, ਪਸਾਰਾਂ ਨੂੰ ਗਜ਼ਲਕਾਰ ਨੇ ਪੇਸ਼ ਕੀਤਾ ਹੈ। ਦੂਸਰਾ ਪੁਆਇੰਟ ਇਹ ਬਣਦਾ ਇਸ ਗਜ਼ਲ ਦੇ ਵਿੱਚ ਕਿ ਇਸ ਗਜ਼ਲ ਦੇ ਵਿੱਚ ਵਰਤਮਾਨ ਮਨੁੱਖੀ ਮਜਬੂਰੀਆਂ, ਲਾਚਾਰੀਆਂ ਨੂੰ ਵੀ ਪੇਸ਼ ਕੀਤਾ। ਜਿਹੜਾ ਵਰਤਮਾਨ ਸਮੇਂ ਦੇ ਵਿੱਚ ਜਿਉਂ ਰਿਹਾ ਮਨੁੱਖ ਹੈ ਨਾ, ਉਹਦੀਆਂ ਜਿਹੜੀਆਂ ਲਾਚਾਰੀਆਂ, ਉਹਦੀਆਂ ਜਿਹੜੀਆਂ ਮਜਬੂਰੀਆਂ, ਉਹਨਾਂ ਨੂੰ ਇਸ ਗਜ਼ਲ ਦੇ ਵਿੱਚ ਗਜ਼ਲਕਾਰ ਨੇ ਪੇਸ਼ ਕੀਤਾ ਹੈ। ਤੀਸਰਾ ਪੁਆਇੰਟ ਜਿਹੜਾ ਇਸ ਗਜ਼ਲ ਦੇ ਵਿੱਚੋਂ ਨਿਕਲਦਾ, ਗਜ਼ਲਕਾਰ ਮਨੁੱਖ ਨੂੰ ਸੁਚੇਤ ਵੀ ਕਰਦਾ ਹੈ ਕਿ ਜੇਕਰ ਉਸਨੇ ਆਪਣੀਆਂ ਜ਼ਿੰਮੇਵਾਰੀਆਂ ਨਾ ਨਿਭਾਈਆਂ ਤਾਂ ਅਗਲੀਆਂ ਪੀੜ੍ਹੀਆਂ ਉਸਨੂੰ ਕਦੇ ਵੀ ਮਾਫ ਨਹੀਂ ਕਰਨਗੀਆਂ। ਇਹ 3 ਪੁਆਇੰਟ ਉੱਭਰਦੇ ਹੈ। ਚੌਥਾ ਪੁਆਇੰਟ ਇਸ ਗਜ਼ਲ ਦੇ ਵਿੱਚ ਇਹ ਉੱਭਰਦਾ ਕਿ ਗਜ਼ਲਕਾਰ ਆਸ਼ਾਵਾਦੀ ਹੈ। ਉਹ ਇੱਕ ਆਸ ਦੀ ਕਿਰਨ ਦਿਖਾਉਂਦਾ ਹੈ ਕਿ ਕੋਈ ਗੱਲ ਨਹੀਂ, ਅੱਜ ਹਨੇਰਾ ਹੈ, ਕੋਈ ਗੱਲ ਨਹੀਂ, ਸਾਡੇ ਬਹੁਤ ਸਾਰੇ ਦੀਪ ਬੁਝਾ ਦਿੱਤੇ ਹੈ ਇਸ ਜ਼ੁਲਮ ਨੇ, ਇਸ ਜ਼ੁਲਮ ਦੀ ਹਨੇਰੀ ਨੇ ਬਹੁਤ ਸਾਰੇ ਸਾਡੇ ਲੇਖਕ, ਬਹੁਤ ਸਾਡੇ ਕਲਾਕਾਰ ਜਿਹੜੇ ਲੋਕਾਂ ਦੇ ਹੱਕ ਦੇ ਵਿੱਚ ਖੜ ਰਹੇ ਸੀਗੇ, ਉਹਨਾਂ ਨੂੰ ਮਾਰ ਦਿੱਤਾ, ਮੁਕਾ ਦਿੱਤਾ। ਕੋਈ ਗੱਲ ਨਹੀਂ, ਕਹਿੰਦਾ ਇਹ ਤਾਂ ਕੁਝ ਹੀ ਦੀਪ ਹੈ ਜਿਹੜੇ ਬੁਝੇ ਹੈ, ਕੁਝ ਹੀ ਦੀਪ ਹੈ ਜਿਹੜੇ ਤੁਸੀਂ ਉਹਨਾਂ ਨੂੰ ਬੁਝਾ ਦਿੱਤਾ। ਕਦੇ ਵੀ ਕਹਿੰਦਾ ਸੂਰਜ ਨੂੰ ਦਬਾਇਆ ਨਹੀਂ ਜਾ ਸਕਦਾ, ਕਦੇ ਸੂਰਜ ਨਾ ਤਾਂ ਡਰਿਆ ਨਾ ਠਰਿਆ, ਅਤੇ ਕਦੇ ਵੀ ਉਹਦਾ ਚਾਨਣ ਖਤਮ ਨਹੀਂ ਹੋਇਆ। ਸੋ ਇਸ ਸੂਰਜ ਨੂੰ ਤੁਸੀਂ ਕਦੇ ਨਹੀਂ ਬੁਝਾ ਸਕਦੇ। ਲੋਕ ਫਿਰ ਇਕੱਠੇ ਹੋਣਗੇ, ਫਿਰ ਸੰਘਰਸ਼ ਕਰਨਗੇ। ਕੋਈ ਵੀ ਹੋਰ ਗੱਲ ਹੋ ਸਕਦੀ ਹੈ ਕਿ ਜਿਹੜੀ ਸੋਹਣੀ ਹੈ ਉਹਦਾ ਘੜਾ ਖੁਰ ਗਿਆ ਸੀ, ਇਹ ਕੋਈ ਹੋਰ ਕਾਰਨ ਹੋ ਸਕਦੇ ਹੈ। ਕਵੀ ਕਹਿੰਦਾ ਕਿ ਦਰਿਆ ਦੇ ਵਿੱਚ ਡੁੱਬਣ ਦੇ ਕਾਰਨ ਹੋਰ ਵੀ ਹੋਣਗੇ, ਕਿਉਂਕਿ ਸਦਾ ਪੱਕਾ ਘੜਾ ਤਰਦਾ ਨਹੀਂ ਤੇ ਕੱਚਾ ਹਮੇਸ਼ਾ ਖੁਰਦਾ ਨਹੀਂ। ਇੱਥੇ ਆ ਕੇ ਲੇਖਕ ਨੇ ਇੱਕ ਆਸ਼ਾ ਦੀ ਕਿਰਨ ਦਿਖਾਈ ਹੈ, ਆਸ਼ਾਵਾਦੀ ਕਿਰਨ, ਕਿ ਲੋਕ ਜੇਕਰ ਸੰਘਰਸ਼ ਕਰਨਗੇ ਤਾਂ ਉਹਨਾਂ ਨੂੰ ਇੱਕ ਦਿਨ ਜ਼ਰੂਰ ਨਿਆਂ ਮਿਲੂਗਾ, ਇੱਕ ਦਿਨ ਉਹ ਜ਼ਰੂਰ ਜਿੱਤ ਜਾਣਗੇ। ਦੂਸਰੀ ਜਿਹੜੀ ਗਜ਼ਲ ਹੈਗੀ ਹੈ ਵਿਦਿਆਰਥੀਓ, ਮਿਲੇ ਜੋ ਦਿਨ ਕਦੇ, ਇਹਦੇ ਬਾਰੇ ਆਪਾਂ ਹੁਣ ਜ਼ਿਕਰ ਕਰਦੇ ਹਾਂ, ਇਹਦੇ ਸਰਲ ਅਰਥਾਂ ਦੀ ਗੱਲ ਕਰਦੇ ਹਾਂ, ਇਹਦੇ ਵਿਸ਼ੇ ਵਸਤੂ ਦੀ ਆਪਾਂ ਗੱਲ ਕਰਦੇ ਹਾਂ। ਮਿਲੇ ਜੋ ਦਿਨ ਕਦੇ ਤਾਂ ਜਾਪਦੇ ਸੁੰਨੀ ਸਰਾਂ ਵਰਗੇ, ਕਦੇ ਬਲਦੇ ਖੱਤਾਂ ਚੋਂ ਬਚ ਗਏ ਕੁਝ ਅੱਖਰਾਂ ਵਰਗੇ,
ਸਰਾਲਾਂ ਵਾਂਗ ਨੇ ਸਾਹ ਪੀਂਦੀਆਂ ਇਹ ਕਾਲੀਆਂ ਰਾਤਾਂ, ਸਾਡੇ ਸੀਨਿਆਂ ਤੇ ਲੇਟਦੇ ਦਿਨ ਅਜਗਰਾਂ ਵਰਗੇ। ਦੇਖੋ ਵਿਦਿਆਰਥੀਓ, ਸਪਸ਼ਟ ਰੂਪ ਦੇ ਵਿੱਚ ਕਵੀ ਇਸ ਮਾਹੌਲ ਦੇ ਵਿੱਚ, ਇਸ ਸਮਾਜਿਕ ਦਾਇਰੇ ਦੇ ਵਿੱਚ ਵਿਚਰ ਰਹੇ ਮਨੁੱਖ ਦੀ ਗੱਲ ਕਰਦਾ ਹੈ। ਇਸ ਜਿਹੜਾ ਵਰਤਮਾਨ ਸਮਾਂ ਮਨੁੱਖ ਜਿਸ ਦੇ ਵਿੱਚ ਉਹ ਜਿਉ ਰਿਹਾ ਉਹਦੇ ਬਾਰੇ ਗੱਲ ਕਰਦਾ ਹੈ ਕਿ ਇਹ ਜਿਹੜਾ ਮਾਹੌਲ ਹੈ ਸਮੁੱਚਾ ਸਾਡਾ ਆਲੇ ਦੁਆਲੇ ਜੋ ਵਾਪਰ ਰਿਹਾ ਹੈ, ਇਹ ਬੜਾ ਬੇਸਵਾਦਾ ਹੈ, ਡਰਾਉਣ ਵਾਲਾ ਹੈ। ਇਸ ਦੇ ਵਿੱਚ ਜਿਹੜੀਆਂ ਘਟਨਾਵਾਂ ਵਾਪਰ ਰਹੀਆਂ ਉਸ ਨੂੰ ਸੁਣ ਕੇ ਸਧਾਰਨ ਇਨਸਾਨ ਜਾਂ ਕਲਾਕਾਰ ਪੱਥਰਾਂ ਤੱਕ ਜਾਂਦੇ ਨੇ, ਉਹਦੀ ਗੱਲ ਕਰ ਰਿਹਾ ਕਵੀ। ਕਹਿੰਦਾ ਕਿ ਜ਼ਿੰਦਗੀ ਵਿੱਚ ਜਿਹੜੇ ਦਿਨ ਮਿਲੇ ਸਨ ਉਹ ਸੁੰਨੀ ਪਈ ਸਰਾਂ ਵਰਗੇ ਬੇਰੌਣਕੇ ਸਨ। ਸੁੰਨੀ ਜਿਹੜੇ ਹੁਣ ਪਿੰਡਾਂ ਦੇ ਵਿੱਚ ਕਈ ਵਾਰੀ ਪੁਰਾਣੀਆਂ ਕੋਠੀਆਂ ਪਈਆਂ ਹੁੰਦੀਆਂ, ਪੁਰਾਣੀਆਂ ਸਰਾਵਾਂ ਪਈਆਂ, ਉਹਨਾਂ ਦੇ ਵਿੱਚ ਕੋਈ ਆਉਂਦਾ ਜਾਂਦਾ ਨਹੀਂ। ਉਸ ਤਰ੍ਹਾਂ ਜਾਪਦਾ ਜਿਵੇਂ ਜ਼ਿੰਦਗੀ ਨਿਰਸ ਹੋ ਗਈ ਹੁੰਦੀ ਹੈ, ਜ਼ਿੰਦਗੀ ਬੇਸਵਾਦੀ ਹੋ ਗਈ ਹੁੰਦੀ ਹੈ, ਕਦੇ ਬਲਦੇ ਖੱਤਾਂ ਚੋਂ ਬਚ ਗਏ ਕੁਝ ਅੱਖਰਾਂ ਵਰਗੇ। ਤੇ ਇਹ ਜ਼ਿੰਦਗੀ ਇਸ ਤਰ੍ਹਾਂ ਮਹਿਸੂਸ ਹੁੰਦੀ ਹੈ ਜਿਵੇਂ ਸੜ ਰਹੇ ਖੱਤਾਂ ਦੇ ਵਿੱਚੋਂ ਕੁਝ ਅੱਖਰ ਸੜਨ ਤੋਂ ਬਚ ਜਾਣ, ਕੁਝ ਅੱਖਰ ਜਿਹੜੇ ਸੜਨ ਤੋਂ ਰਹਿ ਜਾਣ। ਕੋਈ ਕਾਗਜ਼ ਦੇ ਉੱਪਰ ਜਿਹੜੇ ਲਿਖੇ ਹੋਏ ਸ਼ਬਦ ਹੈਗੇ ਆ ਉਹ ਕੁਝ ਜਿਹੜੇ ਹੈਗੇ ਆ ਬਚ ਜਾਂਦੇ ਆ ਸੜਨ ਤੋਂ, ਉਹਨਾਂ ਦੀ ਗੱਲ ਕਰਦਾ। ਅਗਲੇ ਸ਼ੇਅਰ ਦੇ ਵਿੱਚ, ਅਗਲੀਆਂ ਲਾਈਨਾਂ ਦੇ ਵਿੱਚ ਕਵੀ ਕਹਿੰਦਾ ਕਿ ਜਿਹੜੀਆਂ ਸਾਡੀਆਂ ਕਾਲੀਆਂ ਰਾਤਾਂ ਨਾ, ਇਹ ਸਰਾਲਾਂ ਵਾਂਗ ਸਾਹ ਪੀ ਰਹੀਆਂ। ਮਾਹੌਲ ਇਸ ਤਰ੍ਹਾਂ ਦਾ ਸਿਰਜਿਆ ਜਾ ਰਿਹਾ ਸਾਡੇ ਸਮਾਜ ਦੇ ਵਿੱਚ, ਸਥਾਪਤੀ ਦੁਆਰਾ ਵੀ ਅਤੇ ਉਹ ਸਥਾਪਤੀ ਦੇ ਨਾਲ ਖੜੇ ਹੋਏ ਲੋਕ ਵੀ ਇਸ ਤਰ੍ਹਾਂ ਦਾ ਮਾਹੌਲ ਸਿਰਜ ਰਹੇ ਹੈ। ਸਰਾਲਾਂ ਵਾਂਗ ਨੇ ਇਹ ਸਾਹ ਪੀਂਦੀਆਂ ਇਹ ਕਾਲੀਆਂ ਰਾਤਾਂ, ਸਾਡੇ ਸੀਨਿਆਂ ਤੇ ਲੇਟਦੇ ਦਿਨ ਅਜਗਰਾਂ ਵਰਗੇ। ਰਾਤਾਂ ਵੀ ਸਾਨੂੰ ਦੁਖੀ ਕਰ ਰਹੀਆਂ, ਦੁੱਖ ਦੇ ਰਹੀਆਂ, ਸਾਨੂੰ ਮਾਨਸਿਕ ਤੌਰ ਤੇ ਤੋੜ ਰਹੀਆਂ। ਇਸ ਤਰ੍ਹਾਂ ਲੱਗਦਾ ਹੈ ਕਿ ਜਿਵੇਂ ਕੋਈ ਸਰਾਲ ਸਾਡਾ ਸਾਹ ਪੀ ਰਹੀ ਹੋਵੇ। ਇਹ ਕਾਲੀਆਂ ਰਾਤਾਂ ਸਾਨੂੰ ਡਰਾ ਰਹੀਆਂ ਤੇ ਸਾਡੇ ਸੀਨਿਆਂ ਦੇ ਉੱਪਰ ਦਿਨ ਵੀ ਹੈ ਜਿਹੜੇ ਇਸ ਤਰ੍ਹਾਂ ਲੇਟਦੇ ਜਿਵੇਂ ਕੋਈ ਅਜਗਰ ਆ ਕੇ ਸਾਨੂੰ ਤੰਗ ਕਰ ਰਿਹਾ ਹੁੰਦਾ। ਅਜਗਰ ਵੱਡਾ ਸੱਪ ਜਿਹੜਾ ਜਿਉਂਦੇ ਪਸ਼ੂ ਨੂੰ, ਪੰਛੀ ਨੂੰ ਉਸੇ ਤਰ੍ਹਾਂ ਨਿਗਲ ਜਾਂਦਾ ਹੈ। ਇਹ ਲੋਕ ਕਹਿੰਦਾ ਸਾਡੇ ਜ਼ਿੰਦਗੀ ਨੂੰ ਦੁੱਬਰ ਬਣਾ ਰਹੇ ਆ, ਦੁਖੀ ਕਰ ਰਹੇ ਆ। ਲਹੂ ਵਿੱਚ ਡੁੱਬ ਗਈ ਸਾਰੀ ਹੀ ਸਾਡੇ ਵਕਤ ਦੀ ਪੋਥੀ, ਨਹੀਂ ਮਿਲਦੇ ਕਿਤੇ ਵਰਕੇ ਤਿਤਲੀਆਂ ਦੇ ਪਰਾਂ ਵਰਗੇ। ਸਾਡੀ ਜ਼ਿੰਦਗੀ ਤਾਂ ਬੇਬਸੀਆਂ ਨਾਲ ਭਰੀ ਹੋਈ ਹੈ। ਸਾਡੀ ਜ਼ਿੰਦਗੀ ਤਾਂ ਹਮੇਸ਼ਾ ਹੀ ਉਸ ਮਾਹੌਲ ਦੇ ਨਾਲ, ਖੂਨ ਖਰਾਬੇ ਦੇ ਨਾਲ ਭਰੀ ਹੋਈ ਹੈ ਜਿਸ ਦੇ ਵਿੱਚ ਸਾਡੀ ਜਿਹੜੀਆਂ ਆਸਾਂ ਉਹ ਡੁੱਬ ਗਈਆਂ, ਖਤਮ ਹੋ ਗਈਆਂ। ਲਹੂ ਵਿੱਚ ਡੁੱਬ ਗਈ ਸਾਰੀ ਹੀ ਸਾਡੇ ਵਕਤ ਦੀ ਪੋਥੀ। ਸਾਡੇ ਵਕਤ ਦਾ ਤਾਂ ਜਿਹੜਾ ਖੁਸ਼ੀ ਸੀਗੀ, ਸਮੁੱਚਾ ਮਾਹੌਲ ਸੀਗਾ, ਉਸ ਨੇ ਇਸ ਲਹੂ ਰੂਪੀ ਹੋਲੀ ਦੇ ਵਿੱਚ ਡੁਬੋ ਦਿੱਤਾ ਸਾਰਾ ਕੁਛ। ਨਹੀਂ ਮਿਲਦੇ ਕਿਤੋਂ ਵਰਕੇ ਤਿਤਲੀਆਂ ਦੇ ਪਰਾਂ ਵਰਗੇ। ਖੁਸ਼ੀਆਂ ਦੇ ਪਲ ਇਸ ਤਰ੍ਹਾਂ ਦੇ ਮਾਹੌਲ ਦੇ ਵਿੱਚ ਬਹੁਤ ਘੱਟ ਮਿਲਦੇ ਆ। ਜਿਹੜੀਆਂ ਤਿਤਲੀਆਂ ਫੁੱਲਾਂ ਦੇ ਉੱਪਰ ਤੁਰੀਆਂ ਫਿਰਦੀਆਂ ਸੋਹਣੀਆਂ ਲੱਗਦੀਆਂ, ਰੌਣਕ ਵਾਲੇ ਦਿਨ ਹੈ, ਉਹ ਸਾਡੀ ਜ਼ਿੰਦਗੀ ਦੇ ਵਿੱਚ ਦੇਖਣ ਨੂੰ ਨਹੀਂ ਮਿਲ ਰਹੇ। ਇਸ ਤਰ੍ਹਾਂ ਦੇ ਮਾਹੌਲ ਦੇ ਵਿੱਚੋਂ ਅਸੀਂ ਆਪਣੇ ਆਪ ਨੂੰ ਕਿਵੇਂ ਬਚਾਵਾਂਗੇ, ਇਸ ਦੀ ਗੱਲ ਗਜ਼ਲਕਾਰ ਆਪਣੀ ਇਸ ਗਜ਼ਲ ਦੇ ਵਿੱਚ ਕਰ ਰਿਹਾ ਹੈ। ਅਗਲੀਆਂ ਲਾਈਨਾਂ, ਕਦੇ ਇਹ ਜ਼ਖਮ ਬਣ ਜਾਂਦੇ, ਕਦੇ ਇਹ ਲਾਟ ਬਣ ਜਾਂਦੇ, ਨਾ ਵੇਖੇ ਨਾ ਸੁਣੇ ਦਗਦੇ ਅੰਗਾਰ ਅੱਖਰਾਂ ਵਰਗੇ। ਇਸ ਤਰ੍ਹਾਂ ਦੇ ਮਾਹੌਲ ਦੇ ਵਿੱਚ ਕਵੀ ਕਹਿ ਰਿਹਾ, ਗਜ਼ਲਕਾਰ ਕਹਿ ਰਿਹਾ ਕਿ ਕਦੇ ਇਹ ਜ਼ਖਮ ਬਣ ਜਾਂਦੇ ਆ, ਕਦੇ ਇਹ ਜ਼ਖਮ ਲਾਟ ਦਾ ਰੂਪ ਧਾਰਨ ਕਰ ਲੈਂਦੇ ਆ, ਔਰ ਦਿਲਾਂ ਨਾ ਵੇਖੇ ਨਾ ਸੁਣੇ ਦਗਦੇ ਅੰਗਾਰ ਅੱਖਰਾਂ ਵਰਗੇ। ਇਹਦੇ ਵਿੱਚ ਕਵੀ ਕਹਿੰਦਾ ਹੈ ਕਿ ਜਿਹੜੇ ਅੱਖਰਾਂ ਵਰਗੇ ਭਖਦੇ ਅੰਗਾਰ ਹੈ, ਇਹ ਕਦੇ ਨਾ ਵੇਖਿਆ ਨਾ ਕਦੇ ਸੁਣਿਆ। ਇਹ ਕਦੇ ਜ਼ਖਮ ਬਣ ਜਾਂਦੇ ਆ, ਕਦੇ ਲਾਟ ਬਣ ਜਾਂਦੇ ਆ। ਸਾਡੀ ਜ਼ਿੰਦਗੀ ਦੇ ਵਿੱਚ ਇਹ ਦੁੱਖਾਂ ਦਾ ਕਾਰਨ ਬਣ ਜਾਂਦੇ ਆ, ਸਾਡੀ ਜ਼ਿੰਦਗੀ ਨੂੰ ਇਹ ਤੰਗ ਕਰਨ ਦੀ ਗੱਲ ਕਰਦੇ ਆ। ਬੜੇ ਸੰਤਾਪ ਦੇ ਪੱਥਰ ਤੇ ਬੜੀਆਂ ਗਮ ਦੀਆਂ ਲਹਿਰਾਂ ਦਿਲਾਂ ਵਿੱਚ ਸਾਂਭ ਲੈਂਦੇ ਯਾਰ ਮੇਰੇ ਸਾਗਰਾਂ ਵਰਗੇ। ਕਹਿੰਦਾ ਵੀ ਜਿਹੜੇ ਇਹ ਸੰਤਾਪ ਹੈ, ਇਹ ਜਿਹੜੀ ਦੁੱਖ ਹੈ, ਇਹ ਜਿਹੜੀਆਂ ਤਕਲੀਫਾਂ ਹੈ, ਇਹ ਸਾਰੀ ਦੀਆਂ ਸਾਰੀਆਂ ਜ਼ਿੰਦਗੀ ਦੇ ਵਿੱਚ ਜੋ ਮਿਲੀਆਂ, ਇਹ ਮੇਰੇ ਸਾਗਰਾਂ ਵਰਗੇ ਵਿਸ਼ਾਲ ਦਿਲ ਵਾਲੇ ਯਾਰ ਬਹੁਤ ਸਾਰੇ ਇਸ ਤਰ੍ਹਾਂ ਦੇ ਸੰਤਾਪਾਂ ਨੂੰ ਝੱਲਦੇ ਆ ਔਰ ਗਮ ਦੀਆਂ ਲਹਿਰਾਂ ਨੂੰ ਆਪਣੇ ਵਿਸ਼ਾਲ ਦਿਲਾਂ ਦੇ ਵਿੱਚ ਉਹ ਸੰਭਾਲ ਲੈਂਦੇ ਆ। ਇਹਨਾਂ ਗਮ ਰੂਪੀ ਲਹਿਰਾਂ ਦਾ ਉਹ ਮੁਕਾਬਲਾ ਕਰਦੇ ਆ। ਇਹਨਾਂ ਸਥਾਪਤੀ ਦੇ ਹੱਕ ਦੇ ਵਿੱਚ ਖੜੀਆਂ ਲਹਿਰਾਂ ਨੂੰ ਉਹ ਹਰਾਉਣ ਦਾ ਯਤਨ ਕਰਦੇ ਆ ਔਰ ਸਧਾਰਨ ਲੋਕਾਂ ਦੇ ਲਈ ਇੱਕ ਨਿਆਂ ਦੀ ਵਿਵਸਥਾ ਸ਼ੁਰੂ ਕਰਨ ਦੀ ਕੋਸ਼ਿਸ਼ ਕਰਦੇ। ਦਿਲਾਂ ਵਿੱਚ ਸਾਂਭ ਲੈਂਦੇ ਯਾਰ ਮੇਰੇ ਸਾਗਰਾਂ ਵਰਗੇ।
दूसरा जिहड़ा अगला हैगा ਉਹਦੇ ਚ अजे भी खौफ दा मेरे घरां दी नींद ते पहरा ਮਸੋਸੇ ਖਾਬ ਮਿਲਦੇ ਨੇ ਅਜੇ ਢੋਏ ਦਰਾਂ ਵਰਗੇ। ਕਹਿੰਦਾ ਅਜੇ ਵੀ ਸਾਡੇ ਆਸੇ-ਪਾਸੇ ਸਾਡੇ ਸਮਾਜਿਕ ਮਾਹੌਲ ਦੇ ਵਿੱਚ ਮੇਰੇ ਗਰਾਂ ਹੁੰਦਾ ਪਿੰਡ, ਮੇਰੇ ਪਿੰਡ ਦੀ ਨੀਂਦ ਤੇ ਇਸ ਖੌਫ ਦਾ ਪਹਿਰਾ ਹੈ। ਮੇਰੇ ਪਿੰਡ ਦੇ ਲੋਕਾਂ ਦੀਆਂ ਸੋਚਾਂ ਦੇ ਉੱਪਰ ਇਸ ਖੌਫ ਦਾ ਪਹਿਰਾ ਹੈ। ਇਹ ਖੌਫ ਜਿਹੜਾ ਕਿ ਇੱਕ ਸੰਘਰਸ਼ ਦੇ ਰੂਪ ਦੇ ਵਿੱਚ ਸਾਹਮਣੇ ਆਇਆ ਸੀ ਜਦੋਂ 1978-80 ਦੇ ਵਿੱਚ ਪੰਜਾਬ ਦੇ ਵਿੱਚ ਇੱਕ ਸੰਘਰਸ਼ ਚੱਲਿਆ ਸੀਗਾ, ਔਰ ਉਹ ਸੰਘਰਸ਼ ਚੱਲਦਾ 1992-93 ਤੱਕ ਗਿਆ ਵਿਦਿਆਰਥੀਓ। ਉਹਦੇ ਵਿੱਚ ਬਹੁਤ ਸਾਰਾ ਕੁਝ ਪੰਜਾਬ ਨੇ ਗਵਾਇਆ। ਇੱਕ ਖੌਫ ਦਾ ਮਾਹੌਲ ਸੀਗਾ, ਇੱਕ ਅਜਿਹਾ ਮੰਜ਼ਰ ਸੀਗਾ ਜਿਹਦੇ ਵਿੱਚ ਲੋਕ ਖੌਫ ਦੇ ਵਿੱਚ ਰਹਿੰਦੇ ਸੀਗੇ। ਉਹ ਖੌਫ ਇੱਕ ਪਾਸੇ ਖਾੜਕੂ ਮੂਵਮੈਂਟ ਸੀ, ਦੂਸਰੇ ਪਾਸੇ ਸਰਕਾਰੀ ਤੰਤਰ ਸੀ। ਉਹਨਾਂ ਦੀ ਆਪਸੀ ਲੜਾਈ ਦੇ ਵਿੱਚ ਸਧਾਰਨ ਲੋਕ ਪੀੜਤ ਹੋ ਰਹੇ ਸੀਗੇ, ਔਰ ਸਧਾਰਨ ਲੋਕਾਂ ਦੇ ਉੱਪਰ ਜ਼ੁਲਮ ਢਾਇਆ ਜਾ ਰਿਹਾ ਸੀਗਾ। ਉਸੇ ਖੌਫ ਦੀ ਗੱਲ ਕਰਦਾ ਹੈ। ਅਜੇ ਵੀ ਖੌਫ ਦਾ ਮੇਰੇ ਘਰਾਂ ਦੀ ਨੀਂਦ ਤੇ ਪਹਿਰਾ ਮਸੋਸੇ ਖਾਬ ਮਿਲਦੇ ਨੇ ਅਜੇ ਢੋਏ ਦਰਾਂ ਵਰਗੇ। ਕਹਿੰਦਾ ਵੀ ਜਿਹੜੇ ਉਹਨਾਂ ਦੇ ਖਵਾਬ ਹੈ, ਉਹਨਾਂ ਦੇ ਜਿਹੜੇ ਸੁਪਨੇ ਆ, ਉਹ ਢੋਏ ਹੋਏ ਦਰਾਂ ਦੀ ਤਰ੍ਹਾਂ ਮਹਿਸੂਸ ਹੁੰਦੇ ਆ। ਉਹ ਇਦਾਂ ਲੱਗਦਾ ਕਿ ਜਿਵੇਂ ਉਹਨਾਂ ਦੀ ਨੀਂਦ ਦੇ ਉੱਪਰ ਦੁੱਖਾਂ ਦਾ ਪਹਿਰਾ ਹੁੰਦਾ ਹੈ ਤੇ ਉਹਨਾਂ ਦੀ ਜ਼ਿੰਦਗੀ ਦੇ ਢੋਏ ਹੋਏ ਦਰਾਂ ਵਰਗੇ ਉਦਾਸ ਸੁਪਨੇ ਪਹਿਰਾ ਦੇ ਰਹੇ ਆ। ਇਸ ਤਰ੍ਹਾਂ ਦੀ ਗੱਲ ਕਵੀ ਇਸ ਗਜ਼ਲ ਦੇ ਵਿੱਚ, ਇਸ ਸ਼ੇਅਰ ਦੇ ਵਿੱਚ ਕਰਦਾ ਹੈ। ਅਗਲੇ ਸ਼ੇਅਰ, ਜਦੋਂ ਮਹਿਫਲ ਚ ਕੀਤੀ ਬੇਸਵਾਦੀ ਸੱਚ ਨੇ ਆ ਕੇ ਜਵਾਨਾਂ ਠਾਕੀਆਂ ਤੇ ਹੋ ਗਏ ਦਿਲ ਪੱਥਰਾਂ ਵਰਗੇ। ਕਹਿੰਦਾ ਜਦੋਂ ਮਹਿਫਲ ਦੇ ਵਿੱਚ ਕੀਤੀ ਬੇਸਵਾਦੀ ਸੱਚ ਦੀ ਗੱਲ, ਮਹਿਫਲ ਲੱਗੀ ਹੋਈ ਹੈ, ਖੁਸ਼ੀ ਦੀਆਂ ਗੱਲਾਂ ਹੋ ਰਹੀਆਂ, ਉੱਥੇ ਆ ਕੇ ਇੱਕ ਅਜਿਹਾ ਸੱਚ ਹੈ ਜਿਹੜਾ ਉਹਨਾਂ ਨੂੰ ਦੇ ਸਮੁੱਚੇ ਮਾਹੌਲ ਨੂੰ ਬੇਸਵਾਦਾ ਕਰ ਦਿੰਦਾ ਹੈ। ਉਸ ਦੇ ਨਾਲ ਕੀ ਹੁੰਦਾ, ਜਵਾਨਾਂ ਠਾਕੀਆਂ ਗਈਆਂ ਤੇ ਹੋ ਗਏ ਦਿਲ ਪੱਥਰਾਂ ਵਰਗੇ। ਉਹ ਸੱਚ ਨੂੰ ਸੁਣ ਕੇ ਉੱਥੇ ਉਸ ਮਹਿਫਲ ਦੇ ਵਿੱਚ ਬੈਠੇ ਲੋਕ ਇੱਕ ਆਪਣੇ ਆਪ ਬੇਸਵਾਦੀ ਮਹਿਸੂਸ ਕਰਦੇ ਆ ਤੇ ਉਹਨਾਂ ਦੀਆਂ ਜਵਾਨਾਂ ਬੰਦ ਹੋ ਜਾਂਦੀਆਂ, ਉਹਨਾਂ ਦੇ ਦਿਲ ਪੱਥਰਾਂ ਵਰਗੇ ਹੋ ਜਾਂਦੇ ਆ। ਅਸੀਂ ਤਾਂ ਖੂਬ ਨੱਚਾਂਗੇ, ਸਿਤਾਰੇ ਧੂ ਲਿਆਵਾਂਗੇ, ਕਿਤੇ ਮਿਲ ਜਾਣ ਜੇ ਦਿਨ ਚਾਰ ਹੀ ਬਸ ਝਾਂਜਰਾਂ ਵਰਗੇ। ਇਹ ਸਾਰੀ ਨਿਰਾਸ਼ਾਵਾਦੀ ਮਾਹੌਲ ਦੇ ਵਿੱਚ ਕਵੀ ਇੱਥੇ ਆ ਕੇ ਆਸ਼ਾਵਾਦੀ ਹੋ ਜਾਂਦਾ ਹੈ। ਕਹਿੰਦਾ ਵੀ ਜੇਕਰ ਸਾਡੀ ਜ਼ਿੰਦਗੀ ਦੇ ਵਿੱਚ ਚਾਰ ਅਜਿਹੇ ਦਿਨ ਝਾਂਜਰਾਂ ਵਰਗੇ ਆ ਜਾਣ, ਸ਼ਨਕਾਰ ਵਰਗੇ ਆ ਜਾਣ, ਖੁਸ਼ੀ ਵਾਲੇ ਆ ਜਾਣ, ਤੇ ਅਸੀਂ ਅਸਮਾਨ ਤੋਂ ਸਾਰੇ ਸਿਤਾਰੇ ਧੂ ਕੇ ਧਰਤੀ ਦੇ ਉੱਪਰ ਲੈ ਆਵਾਂਗੇ। ਕਿਤੋਂ ਮਿਲ ਜਾਣ ਜੇ ਦਿਨ ਚਾਰ ਹੀ ਬਸ ਝਾਂਜਰਾਂ ਵਰਗੇ। ਜੇਕਰ ਇਹ ਛਣਕ ਦੇ ਦਿਨ ਸਾਨੂੰ ਜ਼ਿੰਦਗੀ ਦੇ ਵਿੱਚ ਕਿਤੇ ਮਿਲ ਜਾਣ ਤਾਂ ਅਸੀਂ ਸਮੁੱਚੇ ਮਾਹੌਲ ਨੂੰ ਖੁਸ਼ ਕਰ ਦਿਆਂਗੇ, ਸਮੁੱਚੀ ਕਾਇਨਾਤ ਨੂੰ ਨੱਚਣ ਲਾ ਦਿਆਂਗੇ ਤੇ ਅਸਮਾਨ ਤੋਂ ਤਾਰੇ ਧੂ ਕੇ ਧਰਤੀ ਦੇ ਉੱਪਰ ਲੈ ਆਵਾਂਗੇ। ਸੋ ਵਿਦਿਆਰਥੀਓ, ਇਸ ਗਜ਼ਲ ਦੇ ਵਿੱਚ ਵੀ ਕਵੀ ਨੇ ਨਿਰਾਸ਼ਾਵਾਦ ਤੋਂ ਆਸ਼ਾਵਾਦ ਤੱਕ ਦੀ ਗੱਲ ਦਾ ਜ਼ਿਕਰ ਕੀਤਾ ਹੈ। ਨਿਰਾਸ਼ਾਵਾਦੀ ਮਾਹੌਲ ਦੇ ਵਿੱਚੋਂ ਆਸ਼ਾਵਾਦੀ ਮਾਹੌਲ ਦਾ ਜ਼ਿਕਰ ਕੀਤਾ ਹੈ। ਇਹਦੇ ਜਿਹੜੇ ਪ੍ਰਮੁੱਖ ਜਿਹੜੀਆਂ ਵਿਸ਼ਾ ਉੱਭਰਦਾ ਉਹਦੇ ਚ ਤੁਹਾਨੂੰ ਦੱਸ ਰਿਹਾ ਮੈਂ। ਨੰਬਰ 1 ਦੇ ਵਿੱਚ ਵਿਦਿਆਰਥੀ ਉਹਦੇ ਚ ਵਰਤਮਾਨ ਨਿਜ਼ਾਮ ਦੇ ਵਿੱਚ ਜਾਂ ਜਿਹੜੀ ਸਥਾਪਤੀ ਹੈ ਉਹਦੇ ਵੱਲੋਂ ਪੈਦਾ ਕੀਤੇ ਹਾਲਾਤਾਂ ਵਿੱਚ ਮਨੁੱਖੀ ਜ਼ਿੰਦਗੀ ਦੀਆਂ ਤਲਖ ਹਕੀਕਤਾਂ ਨੂੰ ਪੇਸ਼ ਕੀਤਾ ਹੈ ਇਸ ਨਜ਼ਮ ਦੇ ਵਿੱਚ। ਦੂਸਰੇ ਪਾਸੇ ਦੂਸਰਾ ਜਿਹੜਾ ਇਹਦਾ ਇਸ ਗਜ਼ਲ ਦਾ ਹੈਗਾ ਵਿਚਾਰ ਕਿ ਇਹਨਾਂ ਹਾਲਾਤਾਂ ਵਿੱਚ ਦਿਨ ਸੁੰਨੀਸਰਾਂ ਜਾਂ ਅਜਗਰਾਂ ਵਰਗੇ ਲੱਗ ਰਹੇ ਹੈ। ਤੀਸਰਾ ਪੁਆਇੰਟ ਇਹ ਹੈ ਕਿ ਸਧਾਰਨ ਮਨੁੱਖ ਇਸ ਨਿਜ਼ਾਮ ਵਿੱਚ ਗਮ ਅਤੇ ਸੰਤਾਪ ਹੰਢਾ ਰਿਹਾ ਹੈ। ਚੌਥਾ ਵਿਦਿਆਰਥੀਓ, ਪੰਜਾਬ ਵਿੱਚ ਵਾਪਰੇ ਦੁਖਾਂਤ ਕਾਰਨ ਉਪਜੇ ਸੰਤਾਪ ਦੀ ਗੂੰਜ ਵੀ ਇਸ ਗਜ਼ਲ ਦੇ ਵਿੱਚ ਦਿਖਾਈ ਦੇ ਰਹੀ ਹੈ। ਕਵੀ ਨਿਰਾਸ਼ਾਵਾਦੀ ਮਾਹੌਲ ਵਿੱਚ ਵੀ ਆਸ਼ਾਵਾਦੀ ਕਿਰਨ ਦਿਖਾ ਕੇ ਮਨੁੱਖ ਨੂੰ ਅਜਿਹੇ ਹਾਲਾਤਾਂ ਵਿੱਚ ਜਿੱਤਣ ਦੀ ਪ੍ਰੇਰਨਾ ਦੇ ਰਿਹਾ ਹੈ, ਅਜਿਹੇ ਹਾਲਾਤਾਂ ਦਾ ਸਾਹਮਣਾ ਕਰਨ ਦੀ ਪ੍ਰੇਰਨਾ ਦੇ ਰਿਹਾ ਹੈ। ਸੋ ਵਿਦਿਆਰਥੀਓ, ਇਸ ਗਜ਼ਲ ਦੇ ਵਿੱਚ ਕਵੀ ਲੇਖਕ ਗਜ਼ਲਕਾਰ ਮਨੁੱਖ ਨੂੰ ਨਿਰਾਸ਼ਾਵਾਦੀ ਮਾਹੌਲ ਦੇ ਵਿੱਚੋਂ ਆਸ਼ਾਵਾਦੀ ਮਾਹੌਲ ਤੱਕ ਦੇ ਵੱਲ ਲਿਜਾਣ ਦਾ ਸਫਲ ਯਤਨ ਕਰਦਾ ਹੈ। ਬਹੁਤ ਸਾਰੀ ਜਿਹੜੀਆਂ ਸਰਕਾਰਾਂ ਮੌਕੇ ਦੀਆਂ ਹੁੰਦੀਆਂ, ਲੋਕਾਂ ਦੇ ਹੱਕ ਖੋਹਦੀਆਂ, ਲੋਕਾਂ ਦੇ ਹੱਕ ਖੋਹ ਕੇ ਉਹਨਾਂ ਨੂੰ ਡਰਾਉਂਦੀਆਂ, ਧਮਕਾਉਂਦੀਆਂ, ਔਰ ਉਹਦੇ ਵਿੱਚ ਬਹੁਤ ਸਾਰੇ ਲੋਕ ਉਸ ਡਰ ਕਰਕੇ ਸਹਿਮ ਦੇ ਵਿੱਚ ਆ ਜਾਂਦੇ ਆ। ਪਰ ਲੇਖਕ ਕਹਿੰਦਾ ਕੋਈ ਗੱਲ ਨਹੀਂ, ਕੋਈ ਸਾਡੇ ਵੀ ਦਿਨ ਆਉਣਗੇ, ਉਹ ਦਿਨ ਇਹੋ ਜਿਹੇ ਹੋਣਗੇ ਕਿ ਅਸੀਂ ਵੀ ਅਸਮਾਨ ਤੋਂ ਤਾਰੇ ਖਿੱਚ ਕੇ ਲਿਆਵਾਂਗੇ ਤੇ ਅਸੀਂ ਵੀ ਸਾਡੀ ਜਿਹੜੀ ਇਹ ਹਨੇਰੀ ਜ਼ਿੰਦਗੀ ਉਹਦੇ ਵਿੱਚ ਉਹਨਾਂ ਤਾਰਿਆਂ ਰਾਹੀਂ ਚਾਨਣ ਕਰ ਲਵਾਂਗੇ। ਇਹ ਦੋਨੇ ਗਜ਼ਲਾਂ ਦਾ ਜ਼ਿਕਰ ਆਪਾਂ ਕੀਤਾ, ਇਹਨਾਂ ਦੇ ਵਿਸ਼ੇ ਵਸਤੂ ਦਾ ਜ਼ਿਕਰ ਕੀਤਾ ਹੈ। ਵਿਦਿਆਰਥੀਓ, ਤੁਸੀਂ ਇੱਕ ਤਾਂ ਇਸ ਗਜ਼ਲਕਾਰ, ਇਸ ਕਵੀ ਦੇ ਜੀਵਨ ਵੇਰਵੇ ਦੀ ਗੱਲ ਧਿਆਨ ਨਾਲ
ਦੇਖ ਲਿਓ, ਸੁਣ ਲਿਓ ਉਹਨੂੰ, ਤੇ ਉਸ ਦੇ ਕਿਹੜੇ ਗਜ਼ਲ ਸੰਗ੍ਰਹਿ ਪੰਜਾਬੀ ਸਾਹਿਤ ਦੇ ਵਿੱਚ ਸ਼ਾਮਲ ਪੰਜਾਬੀ ਸਾਹਿਤ ਨੂੰ ਦਿੱਤੇ ਹੈ ਉਹਨਾਂ ਦਾ ਜ਼ਿਕਰ ਕਰ ਲਿਓ। ਕਿਸ ਗਜ਼ਲ ਸੰਗ੍ਰਹਿ ਦੇ ਉੱਪਰ ਉਹਨੂੰ ਸਾਹਿਤ ਅਕਾਡਮੀ ਦਾ ਨਾਮ ਮਿਲਿਆ ਇਹਦਾ ਵੀ ਨੋਟ ਕਰ ਲਿਓ। ਉਸ ਤੋਂ ਬਾਅਦ ਜਿਹੜੀਆਂ ਦੋਨੇ ਇਹਦੀਆਂ ਗਜ਼ਲਾਂ ਹੈਗੀਆਂ, ਸਾਡੀ ਬੇਬਸੀ ਦਾ ਨਾਮ ਦੇ, ਇਹ ਇਹਨਾਂ ਦੇ ਸਰਲ ਅਰਥਾਂ ਦਾ, ਇਹਨਾਂ ਦੇ ਵਿਸ਼ੇ ਵਸਤੂ ਦਾ ਵੀ ਤੁਸੀਂ ਨੋਟ ਕਰ ਲਿਓ। ਇਹਨਾਂ ਦੇ ਵਿੱਚ ਤੁਹਾਨੂੰ ਫਾਈਨਲ ਐਗਜ਼ਾਮ ਦੇ ਵਿੱਚ ਪ੍ਰਸ਼ਨ ਆਉਣਗੇ। ਅੱਜ ਦਾ ਲੈਕਚਰ ਆਪਾਂ ਇੱਥੇ ਹੀ ਖਤਮ ਕਰਦੇ ਹਾਂ। 2 ਕਵੀ ਰਹਿ ਗਏ, ਉਹਨਾਂ ਲੈਕਚਰਾਂ ਤੋਂ ਬਾਅਦ ਫਿਰ ਤੁਹਾਡਾ ਨਾਵਲ ਸ਼ੁਰੂ ਕਰਾਂਗੇ।